ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਇੱਕ ਵਾਰ ਫੇਰ ਅਸੀਂ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਅੰਦਰ, ਜਿੱਥੇ ਕਿ ਮੇਰੇ ਨਾਲ ਇੱਕ ਅਜਿਹੇ ਮਹਿਮਾਨ ਨੇ। ਇਹ ਆਏ ਤਾਂ ਇੱਥੇ ਇੱਕ ਰਿਸਰਚ ਸਕਾਲਰ ਮੀਟ ਹੋ ਰਹੀ ਹੈ ਇੰਡੀਆ ਲੈਵਲ ਦੀ। ਇਹਦੇ ਵਿੱਚ ਆਪਣਾ ਜੋ ਰਿਸਰਚ ਕੀਤੀ ਹੈ, ਖੋਜ ਕੀਤੀ ਇਹਨਾਂ ਨੇ, ਉਹਦੇ ਉੱਤੇ ਆਪਣਾ ਪਰਚਾ ਪੜ੍ਹਨ ਆਏ ਨੇ, ਆਪਣੀ ਖੋਜ ਸਾਂਝੀ ਕਰਨ ਆਏ ਨੇ। ਪਰ ਆਪਣੇ ਹੱਥ ਕੁਝ ਅਜਿਹਾ ਖਜ਼ਾਨਾ ਦੇ ਕੇ ਜਾਣਗੇ ਜਿਹੜੇ ਤੁਹਾਨੂੰ ਬਹੁਤ ਬੈਨੀਫਿਟ ਹੋਣ ਵਾਲਾ ਇਸ ਚੀਜ਼ ਦਾ। ਆਮ ਪਬਲਿਕ ਨੂੰ ਇਸ ਚੀਜ਼ ਦਾ ਬਹੁਤ ਬੈਨੀਫਿਟ ਹੋਣਾ। ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਕਿ ਖੋਜ ਉਹ ਕੀਤੀ ਜਾਵੇ ਜਿਹਦੇ ਨਾਲ ਮਾਨਵਤਾ ਦਾ ਭਲਾ ਹੋਵੇ। ਖੋਜ ਉਹ ਕੀਤੀ ਜਾਵੇ ਜਿਹਦੇ ਪਿੱਛੇ ਕੋਈ ਸਵਾਰਥ ਨਾ ਛਿਪਿਆ ਹੋਵੇ। ਬੰਬ ਦੀ ਖੋਜ ਕਰ ਲਈ, ਬੰਦੇ ਮਾਰਨ ਲਈ ਕੀਤੀ, ਉਹ ਕਿਸੇ ਦਾ ਭਲਾ ਨਹੀਂ ਕੀਤਾ। ਲੇਕਿਨ ਜੇ ਕਿਸੇ ਨੇ ਕਿਸੇ ਦਵਾਈ ਦੀ ਖੋਜ ਕੀਤੀ ਤਾਂ ਉਹ ਮਾਨਵਤਾ ਦਾ ਭਲਾ ਕੀਤਾ, ਭਾਵੇਂ ਕਿ ਉਹਦੇ ਪਿੱਛੇ ਕਈ ਮਕਸਦ ਛੁਪੇ ਹੋਣ, ਲੇਕਿਨ ਕਿਤੇ ਨਾ ਕਿਤੇ ਮਾਨਵਤਾ ਦਾ ਭਲਾ ਹੋਏਗਾ। ਮੇਰੇ ਨਾਲ ਜਿਹੜੇ ਡਾਕਟਰ ਸਾਹਿਬ ਨੇ, ਇਹਨਾਂ ਨੇ ਇੱਕ ਅਜਿਹੀ ਖੋਜ ਕੀਤੀ ਹੈ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨਵਤਾ ਦਾ ਬਹੁਤ ਭਲਾ ਹੋਣ ਵਾਲਾ, ਇਹਦੇ ਨਾਲ ਖਾਸ ਕਰਕੇ ਔਰਤਾਂ ਦਾ। ਕੀ ਆ ਉਹ ਖੋਜ, ਆਪਾਂ ਡਾਕਟਰ ਸਾਹਿਬ ਦੇ ਮੂੰਹ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਸਵਾਗਤ ਹੈ। ਥੈਂਕ ਯੂ। ਆਪਣਾ ਨਾਮ ਦੱਸ ਦਿਓ। ਅਨਫੋਰਚੂਨੇਟਲੀ ਮੈਨੂੰ ਨਹੀਂ ਪਤਾ ਸੀ, ਮੈਂ ਤੁਹਾਡੇ ਤੋਂ ਪੁੱਛ ਲਿਆ ਹੁਣ, ਬਟ ਦਰਸ਼ਕਾਂ ਨੂੰ ਵੀ ਦੱਸ ਦਿਓ। ਹਾਂਜੀ, ਡਾਕਟਰ ਰਿਤਾਸ਼ਾ ਹਾਂ ਅਤੇ ਮੈਂ ਪੰਚਕੂਲਾ ਤੋਂ ਇੱਥੇ ਆਈ ਹਾਂ। ਮੈਂ ਇੱਥੇ ਦੀ PhD ਸਕਾਲਰ ਸਟੂਡੈਂਟ ਹੈਗੀ ਹਾਂ ਅਤੇ ਅੱਜ ਇੱਥੇ ਰਿਸਰਚ ਸਕਾਲਰ ਮੀਟ ਚੱਲ ਰਹੀ ਹੈ, ਜਿਹਦੇ ਵਿੱਚ ਸਾਨੂੰ ਵੀ ਇੱਕ ਪਲੈਟਫਾਰਮ ਮਿਲਿਆ ਕਿ ਅਸੀਂ ਆਪਣਾ ਇੱਥੇ ਯੋਗਦਾਨ ਦੇ ਸਕੀਏ। ਇੱਕ ਬੇਨਤੀ ਕਰਾਂ, ਬਿਲਕੁਲ ਪੰਜਾਬੀ, ਠੇਠ ਪੰਜਾਬੀ 'ਚ ਗੱਲ ਕਰਿਓ। ਆਪਾਂ ਅੰਗਰੇਜ਼ੀ ਦੇ ਵਰਡ ਨਹੀਂ ਯੂਜ਼ ਕਰਨੇ। ਬਹੁਤ ਸਾਰੇ ਬੰਦੇ ਆਪਣੇ ਅਜੇ ਵੀ ਹੋਣਗੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ ਹੋਏਗੀ। ਅੰਗਰੇਜ਼ੀ ਮੈਨੂੰ ਵੀ ਆਉਂਦੀ ਹੈ, ਮਾੜੀ ਮੋਟੀ ਮੂੰਹ ਮਾਰ ਲੈਣਾ ਮੈਂ, ਪਰ ਜੇ ਆਪਾਂ ਠੇਠ ਪੰਜਾਬੀ 'ਚ ਗੱਲ ਕਰਾਂਗੇ ਤਾਂ ਜਿਹੜੀ ਘਰ 'ਚ ਬੈਠੀ ਸੁਆਣੀ ਹੋਏਗੀ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਸਮਝ ਆ ਜਾਏਗੀ, ਕਿਉਂਕਿ ਆਪਣੇ ਸਮਝਾਉਣਾ ਆਉਣਾ ਨਹੀਂ ਹੈ। ਅੱਛਾ, ਤੁਸੀਂ ਮੈਨੂੰ ਆਫ ਦਾ ਕੈਮਰਾ ਦੱਸ ਰਹੇ ਸੀਗੇ ਕਿ ਇੱਕ ਰਿਸਰਚ ਤੁਸੀਂ ਅਜਿਹੀ ਕੀਤੀ ਹੈ ਜਿਹਦੇ ਨਾਲ ਔਰਤਾਂ ਨੂੰ ਉਹਦੇ 'ਚ ਤੁਸੀਂ ਇਹ ਕੱਢ ਕੇ ਲਿਆਉਂਦਾ ਹੈ ਕਿ ਔਰਤਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦਾ ਪਿਸ਼ਾਬ ਆਪਣੇ ਆਪ ਨਿਕਲ ਜਾਂਦਾ ਹੈ, ਅਤੇ ਉਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਨੇ ਅਤੇ ਇਲਾਜ ਕਰਵਾਉਂਦੀਆਂ ਰਹਿੰਦੀਆਂ ਨੇ। ਬਟ ਉਹ ਇਲਾਜ ਕਰਨ ਵਾਲੇ ਇਲਾਜ ਲਈ ਗੋਲੀਆਂ, ਕੈਪਸੂਲ ਜਾਂ ਕੁਝ ਜੜੀਆਂ ਬੂਟੀਆਂ ਤਾਂ ਦੇ ਦਿੰਦੇ ਨੇ, ਪਰ ਉਹਨਾਂ ਦੇ ਪਿੱਛੇ ਦਾ ਅਸਲ ਰੂਟ ਕਾਰਨ, ਯਾਨੀ ਜੜ ਜਿਹੜੀ ਉਹ ਦੱਸਦੇ ਨਹੀਂ ਹੈਗੇ ਉਹਨਾਂ ਨੂੰ ਕੀ ਜੜ ਹੈ। ਅਤੇ ਤੁਹਾਡੀ ਖੋਜ ਦੇ ਵਿੱਚ ਉਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ। ਬੜੇ ਮਾਣ ਦੇ ਨਾਲ ਤੁਸੀਂ ਦੱਸਿਆ ਸੀ ਮੈਂ ਆ ਖੋਜ ਕੀਤੀ ਹੈ, ਤਾਂ ਤੁਸੀਂ ਇੱਥੇ ਪੜ੍ਹਿਆ ਵੀ ਆ ਪਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ। ਥੋੜ੍ਹਾ ਜਿਹਾ ਦੱਸੋਗੇ ਕਿ ਕਿੱਦਾਂ ਦਿਮਾਗ ਦੇ ਵਿੱਚ ਕਲਿੱਕ ਕੀਤਾ ਵੀ ਆਹ ਟੌਪਿਕ ਦੇ ਉੱਤੇ ਆਪਾਂ ਨੇ ਜਿਹੜਾ ਰਿਸਰਚ ਕਰਨਾ? ਹਾਂਜੀ, ਮੈਂ ਇੱਥੇ ਮੈਂ ਡਾਕਟਰ ਸੁਪ੍ਰੀਤ ਬਿੰਦਰਾ ਦੇ ਅੰਡਰ ਗਾਈਡੈਂਸ ਦੇ ਅੰਦਰ ਆਪਣਾ PhD ਉਹ ਕਰ ਰਹੀ ਹਾਂ। ਮੈਂ ਉਹਨਾਂ ਦੀ ਸਟੂਡੈਂਟ ਹਾਂ ਅਤੇ ਮੈਮ ਨਾਲ ਮੈਂ ਡਿਸਕਸ ਕੀਤਾ ਇਹਨਾਂ ਸਾਰੀ ਚੀਜ਼ਾਂ ਬਾਰੇ, ਕਿਉਂਕਿ ਪਹਿਲਾਂ ਵੀ ਜਦੋਂ ਅਸੀਂ ਆਪਣੀ ਕਲੀਨਿਕਲ ਪ੍ਰੈਕਟਿਸ ਵਿੱਚ ਹੁੰਦੇ ਹਾਂ ਅਤੇ ਅਸੀਂ ਇਹ ਆਮ ਤੌਰ 'ਤੇ ਇਹ ਹਰ ਰੋਜ਼ ਅਸੀਂ ਫੇਸ ਕਰਦੇ ਹਾਂ ਕਿ ਬਹੁਤ ਸਾਰੀ ਲੇਡੀਜ਼ ਹੈ ਜਿਹੜੀ ਸਾਡੇ ਕੋਲ OPD ਵਿੱਚ ਆਪਣੀ ਕਮਰ ਦਰਦ ਲੈ ਕੇ ਆਉਂਦੀਆਂ ਨੇ, ਬਟ ਉਹਦੇ ਪਿੱਛੇ ਕਈ ਹੋਰ ਗਾਇਨੀ ਦੇ ਰੀਜ਼ਨਸ ਹੈਗੇ ਜੋ ਔਰਤਾਂ ਦੇ ਇੰਟਰਨਲ ਉਹਦੇ ਨਾਲ ਲਿੰਕਡ ਹੈਗੇ ਹੈ ਕਿ ਉਹ ਕਿੱਥੇ ਇਨਫੈਕਸ਼ਨ ਹੁੰਦੀ ਹੈ, ਕਿੱਥੇ ਯੂਰਿਨ ਲੀਕ ਹੋ ਰਿਹਾ ਹੁੰਦਾ ਜਿਹਦੇ ਨਾਲ ਅਨਹਾਈਜੀਨ ਉੱਥੇ ਕ੍ਰੀਏਟ ਹੋ ਰਿਹਾ ਹੁੰਦਾ ਹੈ, ਉਹਦੇ ਨਾਲ ਯੂਰੀਨਰੀ ਟਰੈਕਟ ਦੀ ਇਨਫੈਕਸ਼ਨ ਹੋ ਜਾਂਦੀ ਹੈ। ਹਾਂਜੀ, UTI ਬਿਲਕੁਲ। ਔਰ ਉਹ ਇੱਕ ਬਹੁਤ ਵੱਡਾ ਰੀਜ਼ਨ ਹੁੰਦਾ ਹੈ ਕਿ ਤੁਹਾਡੇ ਕਮਰ ਦਰਦ ਦੀ ਉਹ ਸ਼ਿਕਾਇਤ ਲੈ ਕੇ ਆਉਂਦੀ ਹੈ। ਅਤੇ ਇਸ ਤਰ੍ਹਾਂ ਅਸੀਂ ਰੂਟੀਨ ਵਿੱਚ ਆਉਂਦੇ ਰਹਿੰਦੇ ਸੀ, ਅਸੀਂ ਦੇਖਦੇ ਰਹਿੰਦੇ ਸੀ ਕੇਸਿਸ, ਅਤੇ ਉੱਥੋਂ ਫਿਰ ਮੈਂ ਮੈਡਮ ਨਾਲ ਡਿਸਕਸ ਕੀਤਾ ਅਤੇ ਅਸੀਂ ਇਸ ਵਿਸ਼ੇ 'ਤੇ ਪਹੁੰਚੇ ਕਿ ਸਾਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਔਰ ਜਿੰਨੀ ਅਵੇਅਰਨੈਸ ਹੋ ਸਕੇ ਇਸ ਦੇ ਥਰੂ ਅਸੀਂ ਕ੍ਰੀਏਟ ਕਰੀਏ, ਤਾਂ ਕਿ ਔਰਤਾਂ ਨੂੰ ਇਹ ਪਤਾ ਚੱਲੇ ਕਿ ਇਹ ਹੈ ਤਾਂ ਜਿਹਨੂੰ ਉਹ ਸੋਚਦੇ ਆ ਕਿ ਸਾਡਾ ਇੱਕ ਨੋਰਮਲ ਰੂਟੀਨ ਹੈ ਜਾਂ ਅਸੀਂ ਬਜ਼ੁਰਗ ਹੋ ਰਹੇ ਹਾਂ ਅਤੇ ਇਸ ਲਈ ਸ਼ਾਇਦ ਸਾਡੇ ਨਾਲ ਹੋ ਰਿਹਾ, ਨਹੀਂ, ਇਹਨੂੰ ਤੁਸੀਂ ਸੀਰੀਅਸਲੀ ਲਓ ਅਤੇ ਫਿਜ਼ੀਓਥੈਰੇਪੀ ਵਿੱਚ ਇਹਦਾ ਬਹੁਤ ਅੱਛਾ ਇਲਾਜ ਹੋ ਸਕਦਾ ਹੈ। ਡਾਕਟਰ ਸਾਹਿਬ, ਇੱਕ ਚੀਜ਼ ਮੈਨੂੰ ਦੱਸੋ ਕਿ ਤੁਸੀਂ ਗੱਲ ਕੀਤੀ, ਰਿਸਰਚ ਕੀਤੀ ਹੈ। ਹਾਂਜੀ। ਤੁਸੀਂ ਗੱਲ ਕੀਤੀ ਵੀ UTI ਦੀ ਗੱਲ ਕੀਤੀ, ਅਤੇ ਮੇਰੇ ਦਿਮਾਗ 'ਚ ਇੱਕ ਸਵਾਲ ਆਇਆ ਕਿ ਗਾਇਨੀ ਦੇ ਨਾਲ ਸਮੱਸਿਆਵਾਂ, ਔਰਤਾਂ ਦੀਆਂ ਰੋਗਾਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਇਕੱਲੀ UTI ਨਹੀਂ ਹੈਗੀ, ਉਹਦੇ ਪਿੱਛੇ ਆਪਾਂ ਫਾਈਬਰਾਇਡ ਵੀ ਹੈਗੀ, ਉਹਦੇ ਪਿੱਛੇ ਸਿਸਟ ਵੀ ਹੈਗੀ, ਉਹਦੇ PCOD, PCOS, ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਉਹਦੇ ਪਿੱਛੇ ਨਾਲ ਜੁੜੀਆਂ ਹੋਈਆਂ ਨੇ। ਲਕੋਰੀਆ ਦੀ ਪ੍ਰੋਬਲਮ ਵੀ ਉਹਦੇ ਵਿੱਚ ਇੱਕ ਆ ਜਾਂਦੀ ਹੈ। ਅਤੇ ਕੀ ਇਹਦੇ ਪਿੱਛੇ ਵੀ ਇਹ ਜਿਹੜਾ ਕਾਰਨ ਆਪਾਂ ਜਿਹੜਾ ਇਹ ਆਪਣੇ ਆਪ ਪਿਸ਼ਾਬ ਨਿਕਲਣ ਦਾ, ਇਹਨੂੰ ਇੱਕ ਸਾਰੇ ਰੀਜ਼ਨਸ ਦੇ ਵਿੱਚੋਂ ਇੱਕ ਇਹ ਮੰਨ ਸਕਦੇ ਹਾਂ ਵੀ ਇਹ ਸਾਰੀਆਂ ਸਮੱਸਿਆਵਾਂ ਦੇ ਪਿੱਛੇ ਇਹ ਵੀ ਹੋ ਸਕਦਾ? ਹਾਂਜੀ, ਬਿਲਕੁਲ, ਇਹ ਵਨ ਆਫ ਦ ਰੀਜ਼ਨਸ ਹੈ। ਬਹੁਤ ਸਾਰੇ ਰੀਜ਼ਨਸ ਹੈਗੇ ਹੈ। ਦੇਖੋ, ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਹੈ ਅਤੇ ਆਲਰੇਡੀ ਜਿਹੜਾ ਅੰਦਰ ਜਦੋਂ ਇੱਕ ਬੱਚਾ ਗਰੋ ਕਰ ਰਿਹਾ ਹੁੰਦਾ ਅਤੇ ਉਹ ਸਾਡੇ ਪੇਟ 'ਤੇ ਇੱਕ ਪ੍ਰੈਸ਼ਰ ਪਾ ਰਿਹਾ ਹੁੰਦਾ, ਸਾਡੇ ਅੰਦਰ ਬਹੁਤ ਸਾਰੇ ਚੇਂਜਸ ਆ ਰਹੇ ਹੁੰਦੇ ਉਸ ਟਾਈਮ ਇੱਕ ਲੇਡੀ ਦੇ ਅੰਦਰ, ਅਤੇ ਉਹ ਇੱਕ ਬਹੁਤ ਕਾਮਨ ਰੀਜ਼ਨ ਹੁੰਦਾ ਹੈ ਕਿ ਕਈ ਵਾਰੀ ਜਦੋਂ ਲੇਟਰ
ਲੇਟਰ ਸਟੇਜਸ ਆਫ ਪ੍ਰੈਗਨੈਂਸੀ ਵਿੱਚ ਉਹਦਾ ਪਿਸ਼ਾਬ ਨਿਕਲ ਜਾਂਦਾ ਹੈ। ਬਟ ਕਈ ਵਾਰੀ ਉਹ ਡਿਲੀਵਰੀ ਤੋਂ ਬਾਅਦ ਕਈ ਲੋਕਾਂ ਵਿੱਚ ਠੀਕ ਵੀ ਹੋ ਜਾਂਦਾ ਹੈ, ਬਟ ਬਹੁਤ ਸਾਰੇ ਲੋਕਾਂ ਦੇ ਨਾਲ, ਕਿਉਂਕਿ ਇੰਡੀਆ ਵਿੱਚ ਇੱਕ ਪ੍ਰਥਾ ਵੀ ਹੈਗੀ ਹੈ, ਇੱਕ ਬੱਚਾ ਤਾਂ ਬਹੁਤ ਘੱਟ, ਕਈ 2 ਕਰਦੇ ਆ, ਔਰ ਜਿਵੇਂ ਰੂਰਲ ਏਰੀਆ ਸਾਡੇ ਜਿਵੇਂ ਪਿੰਡ ਵਗੈਰਾ ਹੈਗੇ ਆ, ਉੱਥੇ 3-3 4-4 ਵੀ ਹੁੰਦੇ ਆ, ਸਲਮ ਬਸਤੀ 'ਚ ਵੀ ਇਦਾਂ ਦਾ ਹੁੰਦਾ। ਹਾਂਜੀ। ਅਤੇ ਉਹਦੇ ਨਾਲ ਕੀ ਹੁੰਦਾ ਹੈ, ਜਿਹੜੇ ਸਾਡੇ ਜਿਹੜੇ ਅੰਦਰ ਸਾਡੀ ਮਾਸਪੇਸ਼ੀਆਂ ਹੈ, ਜਿਹੜੇ ਸਾਡੇ ਔਰਤਾਂ ਦੇ ਅੰਦਰ ਜਿਹੜੇ ਸਾਡੇ ਉਹ ਹੈਗੇ ਔਰਗਨਸ, ਉਹਨਾਂ ਨੂੰ ਉਹ ਸਪੋਰਟ ਦੇ ਰਹੀ ਹੈ, ਜਿਹੜੇ ਬੱਚੇ ਤੁਹਾਨੂੰ ਖਿੱਚ ਕੇ ਰੱਖਦੇ ਨੇ ਉਹ ਢਿੱਲੇ ਹੋ ਜਾਂਦੇ, ਉਹ ਸਾਰੇ ਉਹ ਆਸਤੇ ਆਸਤੇ ਢਿੱਲੇ ਹੋਣੇ ਸ਼ੁਰੂ ਹੋ ਜਾਂਦੇ ਹੈ ਜੀ। ਉਹ ਇੱਕ ਰੀਜ਼ਨ ਹੈ। ਕਈ ਬਿਮਾਰੀਆਂ ਵੀ ਰੀਜ਼ਨ ਹੋ ਸਕਦੀਆਂ। ਕਈ ਲੋਕ ਬਹੁਤ ਲੰਬੇ ਦੇਰ ਤੋਂ ਬਹੁਤ ਸਾਰੀ ਡਰੱਗਸ ਦੇ ਉੱਪਰ ਹੁੰਦੇ, ਦਵਾਈਆਂ ਦੇ ਉੱਪਰ ਹੁੰਦੇ ਹੈ, ਉਹ ਵੀ ਇੱਕ ਰੀਜ਼ਨ ਹੈ ਕਿ ਉਹ ਇਹ ਸਾਰੀ ਪ੍ਰੋਬਲਮਸ ਕ੍ਰੀਏਟ ਕਰ ਸਕਦੇ ਹੈ। ਕਈ ਜਿਹੜੇ ਮੋਟੇ ਹੁੰਦੇ ਨੇ, ਮੋਟੇ ਹੋਣ ਤੋਂ ਬਾਅਦ ਜਦੋਂ ਪਤਲੇ ਹੋ ਜਾਂਦੇ ਨੇ ਤਾਂ ਉਦੋਂ ਵੀ ਮਸਲ ਲੂਜ਼ ਹੋ ਜਾਂਦੇ। ਨਹੀਂ, ਉਹ ਇੱਕ ਡਿਫਰੈਂਟ ਰੀਜ਼ਨ ਹੈ, ਬਟ ਜਿਹੜੇ ਮੋਟੇ ਲੋਕ ਹੁੰਦੇ ਆ ਉਹਨਾਂ ਵਿੱਚ ਯੂਰਿਨ ਲੀਕ ਹੁੰਦਾ ਹੈ, ਕਿਉਂਕਿ ਉਹ ਮੋਟਾਪੇ ਦੇ ਨਾਲ ਉਹਨਾਂ ਦਾ ਪੇਟ ਦੇ ਉੱਪਰ ਪ੍ਰੈਸ਼ਰ ਜ਼ਿਆਦਾ ਪੈਂਦਾ ਹੈ, ਜਿਸ ਦੇ ਨਾਲ ਪੇਟ 'ਤੇ ਪ੍ਰੈਸ਼ਰ ਪੈਣ ਦੇ ਨਾਲ ਕਈ ਵਾਰੀ ਪਿਸ਼ਾਬ ਲੀਕ ਹੋ ਜਾਂਦਾ ਹੈ। ਬਟ ਅਸੀਂ ਜਿੰਨਾ ਵੀ ਲਿਟਰੇਚਰ ਅਸੀਂ ਪੜ੍ਹਿਆ ਉਹਦੇ ਵਿੱਚ ਅਸੀਂ ਇਹੀ ਦੇਖਿਆ, ਕਿਉਂਕਿ ਸਾਡੇ ਸਮਾਜ ਦੇ ਕੁਝ ਐਸੀ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਜਿਹੜੀ ਫੀਮੇਲਸ ਹੈ, ਜਿਹੜੀ ਔਰਤਾਂ ਹੈਗੀਆਂ, ਉਹ ਇੰਨੀ ਓਪਨ ਅਪ ਨਹੀਂ ਹੈਗੀਆਂ ਕਿ ਉਹ ਇਹ ਇਸ਼ੂਜ਼ ਜਾ ਕੇ ਹਰ ਕਿਸੇ ਨਾਲ ਡਿਸਕਸ ਕਰ ਲੈਣ, ਕਿਉਂਕਿ ਅਸੀਂ ਕਈ ਵਾਰੀ ਉਹਨੂੰ ਇਸ ਤਰ੍ਹਾਂ ਸਮਝਦੇ ਹਾਂ ਕਿ ਜੇ ਮੈਂ ਦੱਸਾਂਗੀ ਤਾਂ ਮੈਂ ਕੀ ਲੱਗੇਗਾ ਅਗਲੇ ਨੂੰ, ਪਰ ਉਹ ਆਸਤੇ ਆਸਤੇ ਉਹ ਇੰਨਾ ਵੱਡੀ ਚੀਜ਼ ਹੁੰਦੀ ਜਾਂਦੀ ਹੈ। ਅਤੇ ਉਹ ਕਈ ਵਾਰੀ ਕੀ ਹੁੰਦਾ ਹੈ, ਜਿੰਨਾ ਵੀ ਅਸੀਂ ਅਗਰ ਲਿਟਰੇਚਰ 'ਤੇ ਜਾਈਏ, ਉੱਥੇ ਕਈ ਜਗ੍ਹਾ ਸਾਨੂੰ ਪੜ੍ਹਨ ਨੂੰ ਮਿਲਿਆ ਕਿ ਉਹ ਆਸਤੇ ਆਸਤੇ ਸੁਸਾਇਟੀ ਤੋਂ ਅਲੱਗ ਹੋ ਜਾਂਦੀਆਂ। ਕਈ ਵਾਰੀ ਆਪਣੇ ਕਈ ਜਗ੍ਹਾ, ਜਿਸ ਤਰ੍ਹਾਂ ਸਾਨੂੰ ਗੁਰਦੁਆਰੇ ਜਾਂ ਸਵੇਰੇ ਮੰਦਿਰ ਨਹਾ ਧੋ ਕੇ ਜਾਣਾ ਹੁੰਦਾ, ਜਾਂ ਕੁਝ ਕਿਸੇ ਪਵਿੱਤਰ ਸਰੋਵਰ ਦੇ ਵਿੱਚ, ਨਦੀ ਦੇ ਵਿੱਚ ਇਸ਼ਨਾਨ ਕਰਨਾ ਹੁੰਦਾ, ਉਹ ਨਹੀਂ ਕਰ ਪਾਉਂਦੇ, ਕਿਉਂਕਿ ਉਹ ਆਸਤੇ ਆਸਤੇ ਉਹਨਾਂ ਦੀ ਜਿਹੜੀ ਕੁਆਲਿਟੀ ਆਫ ਲਾਈਫ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜੀ ਉਹਨਾਂ ਦੀ ਹਰ ਰੋਜ਼ ਦੀ ਜ਼ਿੰਦਗੀ ਹੈ, ਉਸ 'ਤੇ ਬਹੁਤ ਅਸਰ ਪਾਉਂਦਾ ਹੈ ਆਸਤੇ ਆਸਤੇ। ਕਿਉਂਕਿ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਅੱਛਾ, ਮੈਂ ਜੇ ਦੂਰ ਟਰੈਵਲ ਕਰਨਾ ਹੈ ਅਤੇ ਜੇ ਮੇਰਾ ਪਿਸ਼ਾਬ ਨਿਕਲ ਗਿਆ ਤਾਂ ਕੀ ਹੋਏਗਾ, ਜੇ ਮੈਂ ਉੱਥੇ ਗਈ, ਮੈਂ ਉੱਥੇ ਰੋਕ ਨਾ ਪਾਈ, ਮੈਂ ਕੀ ਹੋਏਗਾ। ਅਤੇ ਇਹ ਜੇ 100 ਸਵਾਲ ਆਉਂਦੇ ਆ, ਜਿਸ ਦੇ ਨਾਲ ਉਹ ਆਸਤੇ ਆਸਤੇ ਕੱਟਦੀ ਜਾਂਦੀ ਹੈ ਸੁਸਾਇਟੀ ਦੇ ਨਾਲ। ਅਤੇ ਇਸ ਕਰਕੇ ਇਹ ਜਿੰਨੀ ਵੀ ਅਸੀਂ ਇਹਦੇ ਬਾਰੇ ਸਭ ਨੂੰ ਜਾਗਰੂਕ ਕਰੀਏ, ਉਨਾ ਹੀ ਇਹਦੇ ਲਈ, ਔਰਤਾਂ ਲਈ ਉਨਾ ਹੀ ਬੈਨੀਫੀਸ਼ੀਅਲ ਹੋਏਗਾ। ਤੁਸੀਂ ਇਸ ਵਿਸ਼ੇ ਦੇ ਉੱਤੇ ਖੋਜਾਰਥੀ ਹੋ, ਤੁਸੀਂ ਇਹਦੇ ਵਿੱਚ ਖੋਜ ਕੀਤੀ ਕਿੰਨੇ ਪ੍ਰਤੀਸ਼ਤ ਔਰਤਾਂ ਸਮਾਜ ਦੇ ਵਿੱਚ, ਕਿਹੜੀ ਏਜ ਦੀਆਂ ਕਿੰਨੇ ਪ੍ਰਤੀਸ਼ਤ ਔਰਤਾਂ ਨੂੰ ਇਹ ਸਮੱਸਿਆ ਹੈਗੀ ਹੈ ਅਤੇ ਪਤਾ ਕਿਉਂ ਨਹੀਂ ਚੱਲਦਾ? ਇਹ ਜਿਹੜਾ ਹਜੇ ਮੈਂ ਕੀਤੀ ਹੈ, ਉਹ ਹਜੇ ਬੜੇ ਛੋਟੇ ਪੱਧਰ 'ਤੇ ਕੀਤੀ ਹੈ। ਆਉਣ ਵਾਲੇ ਟਾਈਮ ਵਿੱਚ ਅਸੀਂ ਵੱਡੇ ਪੱਧਰ 'ਤੇ ਕਰਾਂਗੇ, ਅਤੇ ਇਹਦੇ ਵਿੱਚ ਹਜੇ ਜਿੰਨਾ ਮੈਂ ਛੋਟਾ ਜਿਹਾ ਹੀ ਸੈਂਪਲ ਲਿਆ ਸੀਗਾ, ਉਹਦੇ ਵਿੱਚ ਵੀ ਮੈਂ 118 ਫੀਮੇਲਸ ਲਈਆਂ ਸੀ, ਉਹਦੇ ਵਿੱਚ ਵੀ 26.1% ਫੀਮੇਲਸ ਆਈਆਂ, ਜਿਹੜੀ ਹਾਂਜੀ 26.1%। ਅਤੇ ਅਗਰ ਅਸੀਂ ਵੈਸੇ ਅਸੀਂ ਦੇਖੀਏ ਉਸ ਤਰ੍ਹਾਂ ਵੱਡਾ ਨਹੀਂ ਲੱਗਦਾ, ਬਟ ਜੇ ਅਸੀਂ 118 ਦੇ ਨਾਲ ਕੰਪੇਅਰ ਕਰੀਏ ਤਾਂ ਵੀ ਉਹ ਇੱਕ ਵੱਡਾ ਫਿਗਰ ਲੱਗਦਾ ਹੈ ਕਿ 26.1 ਆਈਆਂ ਹੈ ਉਹਦੇ ਵਿੱਚ। ਜੇਕਰ ਆਪਾਂ 130 ਕਰੋੜ ਦੀ ਆਬਾਦੀ ਦੇ ਵਿੱਚੋਂ ਜੇ ਆਪਾਂ ਅੱਧੀ ਆਬਾਦੀ ਔਰਤਾਂ ਦੀ ਕੱਢ ਲਿੱਤੀ ਜਾਵੇ, ਤੇ ਉਹਦੇ ਵਿੱਚੋਂ ਕਰੋੜਾਂ, ਯਾਨੀ ਕਿ ਮਤਲਬ ਇਹ ਲਾ ਕੇ ਚਲੋ ਵੀ 15-20 ਕਰੋੜ ਲੇਡੀਜ਼ ਜਿਹੜੀਆਂ ਨੇ ਇਸ ਸਮੱਸਿਆ ਤੋਂ ਪੀੜਿਤ ਨੇ। ਹੋ ਸਕਦਾ ਹੈ ਹਜੇ ਇੰਨਾ ਡਾਟਾ ਹੈ ਨਹੀਂ ਹੈ ਇੰਡੀਆ ਦੇ ਵਿੱਚ। ਇਸ 'ਤੇ ਕੰਮ ਹੋਇਆ ਹੈ, ਬਟ ਬਹੁਤ ਜ਼ਿਆਦਾ ਲੈਵਲ 'ਤੇ ਨਹੀਂ ਹੋਇਆ। ਅਤੇ ਇਸ ਤੋਂ ਸਾਨੂੰ ਹਜੇ ਅਸੀਂ ਇੰਨਾ ਹੀ ਕੱਢ ਪਾਏ ਹੈਗੇ ਹਾਂ, ਅਤੇ ਇਹ ਛੋਟੇ ਜਿਹੇ ਉਸ 'ਤੇ 118 'ਚੋਂ ਸਾਨੂੰ 26.1% ਔਰਤਾਂ ਮਿਲੀਆਂ, ਜਿਹੜੀ ਕਿ ਇਹਦੇ ਨਾਲ ਜਿਹੜੀ ਇਸ ਪ੍ਰੋਬਲਮ ਦੇ ਨਾਲ, ਔਰ ਉਹਨਾਂ ਨੂੰ ਵੀ ਨਹੀਂ ਪਤਾ। ਜਦੋਂ ਉਹਨਾਂ ਨੇ ਜਿਹੜੇ ਅਸੀਂ ਉਹਨਾਂ ਨੂੰ ਇੱਕ ਕੁਐਸਚਨੇਅਰ ਜਿਹੜਾ ਸੀ ਉਹਨਾਂ ਨੂੰ ਫਾਰਮ ਦਿੱਤਾ ਫਿਲ ਕਰਨ ਲਈ, ਉਹ ਉਹਨਾਂ ਤੋਂ ਫਿਲ ਕਰਵਾਇਆ ਗਿਆ, ਅਤੇ ਅਸੀਂ ਦੇਖਿਆ ਕਿ ਵੀ ਇਹਨਾਂ ਨੂੰ ਇਹ ਪ੍ਰੋਬਲਮ ਹੈਗੀ ਹੈ। ਔਰ ਉਹਨਾਂ ਨੂੰ ਕੁਐਸਚਨੇਅਰ ਜਿਹੜਾ ਦਿੱਤਾ, ਜਿਹੜਾ ਪ੍ਰਸ਼ਨ, ਜਿਹੜਾ ਕਾਗਜ਼ ਦਿੱਤਾ, ਉਹਦੇ 'ਚ ਤੁਸੀਂ ਪ੍ਰਸ਼ਨ ਪੁੱਛੇ, ਉਹਨਾਂ 'ਚ ਕੀ ਪੁੱਛਿਆ? ਉਹਦੇ ਵਿੱਚ ਕਈ ਪ੍ਰਕਾਰ ਦੇ ਕੁਐਸਚਨ ਸੀਗੇ, ਜਿਵੇਂ ਇੱਕ ਤਾਂ ਉਹਨਾਂ ਦੀ ਜਿਹੜੀ ਜਦੋਂ ਬੱਚੇ ਪੈਦਾ ਹੋਏ ਸੀ, ਜਾਂ ਉਹ ਪ੍ਰੈਗਨੈਂਟ ਹੈ ਕਿ ਨਹੀਂ ਹੈ, ਕਿਸ ਤਰੀਕੇ ਨਾਲ ਬੱਚੇ ਪੈਦਾ ਹੋਏ ਸੀ। ਕਿਉਂਕਿ ਜਦੋਂ ਇੱਕ ਨੋਰਮਲ ਵਜਾਈਨਲ ਡਿਲੀਵਰੀ, ਮਤਲਬ ਜਿਹੜੀ ਸਾਡੀ ਨੋਰਮਲ ਡਿਲੀਵਰੀ ਹੁੰਦੀ ਹੈ, ਉਹਦੇ ਵਿੱਚ ਸਾਡਾ ਕੀ ਹੁੰਦਾ ਕਿ ਬਹੁਤ ਸਾਰੀ ਜਿਹੜੀ ਮਾਸਪੇਸ਼ੀਆਂ ਹੈਗੀਆਂ, ਉਸ ਟਾਈਮ 'ਤੇ ਉਹਨਾਂ ਨੂੰ ਉਹ ਉੱਥੇ ਚੋਟ ਵਗੈਰਾ ਲੱਗਦੀ ਹੈ, ਕਈ ਟੀਅਰ ਹੋ ਜਾਂਦੀਆਂ, ਕਈ ਚੋਟ ਲੱਗਦੀ ਹੈ, ਅਤੇ ਹੋਰ ਵੀ ਕਈ ਤਰੀਕੇ ਦੀ ਪ੍ਰੋਬਲਮਸ ਆਉਂਦੀ ਹੈ ਉਸ ਟਾਈਮ 'ਤੇ। ਇਹ ਇੱਕ ਬਹੁਤ ਵੱਡਾ ਰੀਜ਼ਨ ਹੈ ਜਿਹੜਾ ਹੌਲੀ ਹੌਲੀ ਉਹਨਾਂ ਮਸਲਸ ਨੂੰ ਅਫੈਕਟ ਕਰਦਾ ਹੈ, ਔਰ ਉਹ ਹੌਲੀ ਹੌਲੀ ਉਹ ਕਮਜ਼ੋਰ ਪੈਣੇ ਸ਼ੁਰੂ ਹੋ ਜਾਂਦੇ ਹੈ। ਅਤੇ ਇਸ ਤਰ੍ਹਾਂ ਦੇ ਕਈ ਕੁਐਸਚਨ ਸੀਗੇ, ਤੁਹਾਡੇ ਕਿੰਨੇ ਬੱਚੇ ਹੈ? ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਜਿੰਨੇ ਜ਼ਿਆਦਾ ਬੱਚੇ ਹੋਣਗੇ ਉਨੀ ਜ਼ਿਆਦਾ ਉਹਦਾ ਓਨਾ ਉਹ ਹਾਈ ਹੋ ਸਕਦਾ ਹੈ ਕਿ ਵੀ ਉਨੀ ਪ੍ਰੋਬੇਬਿਲਿਟੀ ਹਾਈ ਹੋ ਸਕਦੀ ਹੈ ਕਿ ਉਹਨਾਂ ਨੂੰ ਇਹ ਦਿੱਕਤ ਆਵੇ।
ਇਹ ਸਮੱਸਿਆ ਹੁਣ ਆਪਾਂ ਇਸ ਵੇਲੇ ਜਿਹੜੇ 2022 ਦੇ ਵਿੱਚ ਆ, ਤੇ 2022 ਇੱਕ ਅਜਿਹਾ ਜਿਹੜਾ ਆਪਾਂ ਸਮਾਂ ਚੱਲ ਰਿਹਾ ਜਦੋਂ ਜਿਹੜੀ ਸਾਇੰਸ ਜਿਹੜੀ ਆ ਬੜੀ ਐਡਵਾਂਸ ਹੋ ਚੁੱਕੀ ਹੈ, ਤੇ ਪਬਲਿਕ ਨੂੰ ਜਨਸੰਖਿਆ ਕੰਟਰੋਲ ਦੇ ਉੱਤੇ ਵੀ ਬੜਾ ਜਿਹੜਾ ਕੁਝ ਸਿਖਾਇਆ ਜਾ ਚੁੱਕਿਆ। ਲੇਕਿਨ ਕੋਈ ਸਮਾਂ ਸੀ ਜਦੋਂ ਇੱਕ ਘਰ ਦੇ ਵਿੱਚ 9-9 10-10 ਬੱਚੇ ਹੋਇਆ ਕਰਦੇ ਸੀ, ਫਿਰ ਤਾਂ ਸਮੱਸਿਆ ਜ਼ਿਆਦਾ ਹੋਣੀ ਚਾਹੀਦੀ ਸੀ, ਪਰ ਹੁਣੀ ਕਿਉਂ ਵੱਧ ਗਈ? ਤਦ ਕਿਸਨੇ ਖੋਜ ਕੀਤੀ ਉਸ ਟਾਈਮ? ਮੈਂ ਤੁਹਾਨੂੰ ਇਹੀ ਦੱਸਿਆ, ਪਹਿਲਾਂ ਨਾ ਕੋਈ ਇਹਨਾਂ ਚੀਜ਼ਾਂ 'ਤੇ ਧਿਆਨ ਦਿੰਦਾ ਸੀ, ਅਤੇ ਨਾ ਹੀ ਉਸ ਟਾਈਮ 'ਤੇ ਇਸ ਤਰ੍ਹਾਂ ਦੇ ਕੋਈ ਸ਼ਾਇਦ ਪਲੈਟਫਾਰਮ ਸੀਗੇ ਜਿੱਥੇ ਇਹਨਾਂ ਚੀਜ਼ਾਂ ਨੂੰ ਡਿਸਕਸ ਕੀਤਾ ਜਾਏ। ਨੋ ਪ੍ਰੋਬਲਮ ਕਿ ਆਪਾਂ ਨੂੰ ਇਸ ਚੀਜ਼ ਦੇ ਉਦੋਂ ਖੋਜ ਨਹੀਂ ਸੀਗੀ, ਲੇਕਿਨ ਇੰਨਾ ਤਾਂ ਕਿਹਾ ਜਾ ਸਕਦਾ ਨਾ ਕਿ ਉਦੋਂ ਇਹ ਬਿਮਾਰੀਆਂ ਜਿਹੜੀਆਂ ਹੁਣ ਹੋ ਰਹੀਆਂ ਨੇ, ਕੀ ਉਦੋਂ ਹੁੰਦੀਆਂ ਸੀ? ਜੇ ਹੁੰਦੀਆਂ ਸੀ ਤੇ ਉਹਨਾਂ ਦੀ ਕਿੰਨੀ ਤਾਦਾਦ ਹੁੰਦੀ ਸੀ, ਕਿੰਨਾ ਕੁ ਸੀਗਾ, ਤੇ ਹੁਣ ਵਧੀਆਂ ਨੇ ਜਾਂ ਘਟੀਆਂ ਨੇ, ਇਹ ਤਾਂ ਆਪਾਂ ਦੇਖਦੇ ਹਾਂ। ਇਹਦਾ ਮੇਰੇ ਕੋਲ ਐਗਜ਼ੈਕਟ ਡਾਟਾ ਨਹੀਂ ਹੈ, ਬਟ ਮੈਂ 100% ਸ਼ੋਰ ਹਾਂ ਕਿ ਪਹਿਲਾਂ ਵੀ ਇਹ ਪ੍ਰੋਬਲਮਸ ਹੁੰਦੀਆਂ ਹੋਣਗੀਆਂ। ਦੇਖੋ ਹੁਣ ਅੱਜ ਤੁਸੀਂ ਔਰ ਮੈਂ ਬੈਠ ਕੇ ਇਹ ਟੌਪਿਕ ਇੱਥੇ ਡਿਸਕਸ ਕਰ ਰਹੇ ਹਾਂ, ਪਹਿਲਾਂ ਤਾਂ ਅੱਜ ਵੀ ਸਾਡੀ ਸੁਸਾਇਟੀ ਵਿੱਚ ਬਹੁਤ ਜਗ੍ਹਾ ਬਹੁਤ ਸਾਰੀ ਰਿਜਿਡਨੈਸ ਹੈਗੀ ਹੈ ਜਿੱਥੇ ਫੀਮੇਲਸ ਆ ਕੇ ਓਪਨਲੀ ਹਰ ਚੀਜ਼ ਨਹੀਂ ਗੱਲ ਕਰਦੀਆਂ, ਅਤੇ ਪਤਾ ਨਹੀਂ ਪਹਿਲਾਂ ਵੀ ਉਹ ਕਿੰਨਾ ਕਿ ਇਹਨੂੰ ਆਪਣੇ ਰੂਟੀਨ ਲੈਵਲ ਨਾਲ ਹੀ ਸਮਝਦੀਆਂ ਹੋਣਗੀਆਂ ਕਿ ਇਹ ਸਾਡਾ ਵੈਸੇ ਹੀ ਹੋ ਰਿਹਾ ਹੈ, ਸ਼ਾਇਦ ਉਹਨੂੰ ਸਮਝ ਹੀ ਨਹੀਂ ਪਾਉਂਦੀਆਂ ਹੋਣਗੀਆਂ ਔਰ ਹੌਸਪੀਟਲ ਜਾਂਦੀ ਹੀ ਨਹੀਂ ਹੋਣਗੀਆਂ, ਕਿਉਂਕਿ ਆਸਤੇ ਆਸਤੇ ਬਹੁਤ ਸਾਰੇ ਚੇਂਜਸ ਆਏ ਹੈ। ਅਤੇ ਇਸ ਕਰਕੇ ਮੈਂ ਇਹ ਜ਼ਰੂਰ ਹੋਏਗਾ ਕਿ ਪਹਿਲਾਂ ਵੀ ਹੁੰਦਾ ਹੋਏਗਾ। ਬਾਕੀ ਹਾਂਜੀ ਬਿਲਕੁਲ ਹੈ ਕਿ ਅੱਜ ਕੱਲ੍ਹ ਸਾਡਾ ਲਾਈਫ ਸਟਾਈਲ, ਸਾਡਾ ਖਾਣ ਪੀਣ, ਬਹੁਤ ਚੀਜ਼ਾਂ ਦਾ ਡਿਫਰੈਂਸ ਆ ਗਿਆ ਹੈਗਾ, ਅਤੇ ਅਸੀਂ ਲੋਕ ਹੁਣ ਥੋੜ੍ਹੇ ਹੋਰ ਇਸ ਤਰ੍ਹਾਂ ਦੇ ਹੋ ਗਏ ਹਾਂ ਕਿ ਜਿਹਦੇ ਨਾਲ ਸਾਡੀ ਜਲਦੀ ਅਸੀਂ ਹਰ ਚੀਜ਼ ਨਾਲ ਪ੍ਰੋਬਲਮ ਅਸੀਂ ਜਲਦੀ ਲੈ ਲੈਂਦੇ ਹਾਂ, ਕਿਉਂਕਿ ਸਾਡੀ ਉਹ ਇੰਨਾ ਹੈ ਹੀ ਨਹੀਂ ਕਿ ਅਸੀਂ ਫਿਜ਼ੀਕਲ ਐਕਟੀਵਿਟੀ ਇੰਨੀ ਕਰਦੇ ਹੋਈਏ। ਕਹਿ ਸਕਦੇ ਹਾਂ ਵੀ ਲਾਈਫ ਬਹੁਤ ਫਾਸਟ ਹੋ ਚੁੱਕੀ ਹੈ, ਅਤੇ ਆਪਾਂ ਜਲਦੀ ਸਾਰਾ ਕੁਝ ਨਿਬੇੜ ਲੈਣਾ ਚਾਹੁੰਦੇ। ਜੇ ਆਪਾਂ ਨੂੰ ਕੋਈ ਸਮੱਸਿਆ ਵੀ ਹੈ ਉਹਦਾ ਵੀ ਹੱਲ ਆਪਾਂ ਜਲਦੀ ਲੱਭਣਾ ਚਾਹੁੰਦੇ ਹਾਂ। ਹੁਣ ਆਪਾਂ ਇੱਥੇ ਆਈਏ ਕਿ ਕਿਹੜੀ ਏਜ ਦੀਆਂ ਲੇਡੀਜ਼ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ, ਕਿਉਂਕਿ ਓਲਡ ਏਜ ਦੀ ਲੇਡੀਜ਼ ਨੂੰ ਹੋਣ ਦੀ ਸੰਭਾਵਨਾ ਜ਼ਿਆਦਾ ਹੈ, ਕਿਉਂਕਿ ਉਹਨਾਂ ਦੇ ਬੱਚੇ ਵੀ ਹੋ ਚੁੱਕੇ ਹੁੰਦੇ ਨੇ, ਉਹਨਾਂ ਦੇ ਮਸਲ ਵੀ ਵੀਕ ਹੋ ਜਾਣੇ ਚੁੱਕੇ ਨੇ। ਕੀ ਓਲਡ ਏਜ ਦੀ ਲੇਡੀਜ਼ ਨੂੰ ਹੀ ਜ਼ਿਆਦਾ ਆਉਂਦੀਆਂ ਨੇ ਕਿ ਜਾਂ ਫਿਰ ਜਵਾਨ ਲੇਡੀਜ਼ ਨੂੰ ਵੀ ਆਉਂਦੀਆਂ ਨੇ? ਤੇ ਜੇ ਜਵਾਨ ਲੇਡੀਜ਼ ਨੂੰ ਆਉਂਦੀਆਂ ਨੇ ਤਾਂ ਬੜੀ ਵੱਡੀ ਜਿਹੜੀ ਹੈ ਇਹ ਚਿੰਤਾ ਦਾ ਕਾਰਨ। ਇਹ ਦੋਨਾਂ ਵਿੱਚ ਹੈਗੀ ਹੈ। ਕੁਛ ਸਟੱਡੀਜ਼ ਨੇ ਦੇਖਿਆ ਹੈਗਾ ਕਿ 20 ਤੋਂ 30 ਸਾਲ ਦੇ ਵਿੱਚ ਵੀ ਬਹੁਤ ਸਾਰੀ ਗਰਲਸ ਹੈ, ਔਰ ਈਵਨ ਉਸ ਤੋਂ ਪਹਿਲਾਂ ਵੀ ਹੈਗੀ ਹੈ, ਜਿਹਦੇ ਕਈ ਬਹੁਤ ਸਾਰੇ ਮੈਡੀਕਲ ਰੀਜ਼ਨਸ ਹੁੰਦੇ ਹੈ ਕਿ ਉਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ। ਅਤੇ ਦੂਸਰਾ ਜਿਹੜੀ ਈਵਨ ਮੈਂ ਆਪਣੀ ਸਟੱਡੀ ਵਿੱਚ ਦੇਖਿਆ, ਉਹਦੇ ਵਿੱਚ ਇਹ ਸੀਗਾ ਕਿ 20 ਤੋਂ ਲੈ ਕੇ ਅਸੀਂ 70 ਸਾਲ ਦੀ ਵੂਮਨ ਦਾ ਡਾਟਾ ਕਲੈਕਟ ਕੀਤਾ ਹੈਗਾ, ਅਤੇ ਸਾਨੂੰ ਜਿਸ ਤਰ੍ਹਾਂ ਲੋਅਰ ਏਜ ਸੀਗੀ ਉਹਦੇ 'ਚ ਸਾਨੂੰ ਘੱਟ ਮਿਲਿਆ, ਬਟ 50 to 60 ਈਅਰਸ ਵਾਲੀ ਜਿਹੜੀ 50 ਤੋਂ 60 ਸਾਲ ਦੀ ਔਰਤਾਂ ਸੀਗੀਆਂ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮਿਲਿਆ ਹੈਗਾ। ਔਰ ਅਸੀਂ ਇਹ ਦੇਖਿਆ ਕਿ ਜਿਵੇਂ ਤਿਵੇਂ ਤੁਹਾਡੀ ਏਜ ਵੱਧਦੀ ਜਾ ਰਹੀ ਹੈ, ਇਹ ਪ੍ਰੋਬਲਮ ਏਜ ਦੇ ਨਾਲ ਉਨੀ ਜ਼ਿਆਦਾ ਐਡਵਾਂਸ ਹੋ ਰਹੀ ਹੈ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ ਦੱਸਿਆ ਵੀ ਲੇਡੀਜ਼ ਨੂੰ ਆਹ ਸਮੱਸਿਆਵਾਂ ਹੋ ਰਹੀਆਂ ਨੇ, ਇਸ ਏਜ ਦੀ ਲੇਡੀ ਨੂੰ ਸਮੱਸਿਆ ਹੋ ਰਹੀਆਂ ਨੇ। ਹੁਣ ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਕਿ ਜਿਹੜੀਆਂ ਅਨਮੈਰਿਡ ਲੜਕੀਆਂ ਹੁੰਦੀਆਂ ਨੇ, ਜਿਹੜੀਆਂ ਲੜਕੀਆਂ ਹੁੰਦੀਆਂ ਨੇ, ਉਹਨਾਂ ਨੂੰ ਸਮੱਸਿਆਵਾਂ ਜਿਹੜੀਆਂ ਜ਼ਿਆਦਾ ਆ ਰਹੀਆਂ ਨੇ, ਉਹ ਆ ਰਹੀਆਂ ਨੇ PCOD, PCOS ਅਤੇ UTI। ਇਹ 3 ਸਮੱਸਿਆਵਾਂ ਜ਼ਿਆਦਾ ਆ ਰਹੀਆਂ ਨੇ, ਅਤੇ ਜਿਨ੍ਹਾਂ ਨੂੰ ਇਹ ਆਪਣੇ ਆਪ ਪਿਸ਼ਾਬ ਨਿਕਲਣ ਦੀ ਆਦਤ ਜਿਹੜੀ ਬਿਮਾਰੀ ਹੈਗੀ ਹੈ, ਕੀ ਉਹਨਾਂ ਦੇ ਵਿੱਚ ਇਹ ਸਮੱਸਿਆਵਾਂ ਹੋਣ ਦਾ ਕਾਰਨ ਇਹੀ ਹੈ? ਇਹ ਇਸੇ ਕਰਕੇ ਉਹਨਾਂ ਨੂੰ ਇਹ ਸਮੱਸਿਆਵਾਂ ਜ਼ਿਆਦਾ ਆ ਰਹੀਆਂ? ਦੇਖੋ ਇਹ ਸਾਰੀ ਚੀਜ਼ਾਂ ਨਾ ਇੰਟਰਲਿੰਕਡ ਹੁੰਦੀਆਂ। ਜਦੋਂ ਸਾਨੂੰ UTI ਹੈਗਾ ਅਤੇ UTI ਵੀ ਇੱਕ UTI ਦੇ ਨਾਲ ਕਈ ਵਾਰੀ ਸਾਨੂੰ ਵੈਜੀਨਾਈਟਿਸ, ਠੀਕ ਹੈ, ਔਰ ਹੋਰ ਬਹੁਤ ਸਾਰੀ ਚੀਜ਼ਾਂ ਹੁੰਦੀਆਂ। ਇਹ ਸਾਰੇ ਆਪਸ ਵਿੱਚ ਕਈ ਵਾਰੀ ਵਿਜਾਈਨਲ ਡਿਸਚਾਰਜ ਬਹੁਤ ਜ਼ਿਆਦਾ ਹੁੰਦਾ, ਬਹੁਤ ਸਾਰੀ ਇਸ ਤਰ੍ਹਾਂ ਦੀ ਚੀਜ਼ਾਂ ਹੈ ਜਿਹੜੀ ਆਪਸ ਵਿੱਚ ਲਿੰਕਡ ਹੈਗੀ ਹੈ, ਔਰ ਇਹ ਕਈ ਵਾਰੀ ਜਿਹੜੇ ਰੀਜ਼ਨਸ ਹੈਗੇ ਹੈ ਉਹ ਕਈ ਹੋਰ ਪ੍ਰੋਬਲਮਸ ਕਰਕੇ ਵੀ ਹੋ ਸਕਦੇ ਹੈਗੇ ਆ, ਔਰ ਉਹਦੇ ਨਾਲ ਫਿਰ ਆਸਤੇ ਆਸਤੇ ਉਹ ਇਹਨਾਂ ਮਸਲਸ ਨੂੰ ਵੀ ਅਫੈਕਟ ਕਰਦੇ ਆ ਔਰ ਇਹ ਪ੍ਰੋਬਲਮਸ ਆਉਂਦੀ ਹੈ। ਅੱਛਾ, ਇੱਕ ਚੀਜ਼ ਦੱਸੋ ਕਿ ਜਿਹੜੇ ਤੁਸੀਂ ਦੱਸਿਆ ਵੀ ਪਿਸ਼ਾਬ ਆਪਣੇ ਆਪ ਨਿਕਲ ਜਾਂਦਾ, ਉਹਦੇ ਪਿੱਛੇ ਲੇਡੀਜ਼ ਦੀ ਸੋਚ, ਤੁਸੀਂ ਹੁਣ ਤੱਕ ਸੋਚ ਵੀ ਪੜ੍ਹੀ ਹੋਣੀ ਵੀ ਤੁਸੀਂ ਫਿਰ ਇਹਦੇ 'ਤੇ ਰਿਐਕਟ ਕਿਉਂ ਨਹੀਂ ਕੀਤਾ? ਵੀ ਜੇ ਤੁਹਾਨੂੰ ਪਿਸ਼ਾਬ ਨਿਕਲ ਜਾਂਦਾ ਤਾਂ ਬੰਦਾ ਕਹਿੰਦਾ ਵੀ 1 ਵਾਰ ਨਿਕਲ ਗਿਆ, 2 ਵਾਰ ਨਿਕਲ ਗਿਆ, 4 ਵਾਰ ਨਿਕਲ ਗਿਆ, 10 ਵਾਰੀ ਨਿਕਲ ਗਿਆ, ਇਹ ਮੇਰੇ ਨਾਲ ਰੂਟੀਨ ਬਣ ਗਈ, ਕਿਉਂ ਹੋ ਰਿਹਾ? ਅਤੇ ਜੇ ਹੋ ਰਿਹਾ ਤਾਂ ਫਿਰ ਉਹ ਮਤਲਬ ਉਹਨੂੰ ਪਤਾ ਨਹੀਂ ਲੱਗਦਾ ਵੀ ਆਪਣੇ ਨਿਕਲ ਗਿਆ, ਅਤੇ ਜੇ ਨਿਕਲ ਗਿਆ ਤਾਂ ਉਹਦੇ ਫਿਰ ਉਹਨੇ ਇਹਦੇ ਹੱਲ ਲੱਭਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਕਿ ਇਹ ਚੀਜ਼ ਤੁਸੀਂ ਸਵਾਲ ਪੁੱਛੇ ਜਾਂ ਕੱਢੀ ਖੋਜ? ਨਹੀਂ, ਇਹਦੇ ਵਿੱਚ ਮੈਂ ਡਾਇਰੈਕਟਲੀ ਨਹੀਂ ਕੱਢੀ, ਬਟ ਮੈਂ ਇਹਦੇ ਬਾਰੇ ਲਿਟਰੇਚਰ ਪੜ੍ਹਿਆ ਹੈ, ਉਹਦੇ ਵਿੱਚ ਇਹੀ ਚੀਜ਼ ਹੈਗੀ ਹੈ ਕਿ ਅਵੇਅਰਨੈਸ ਨਹੀਂ ਹੈ।
ਅਵੇਅਰਨੈਸ ਨਾ ਵੀ ਹੋਵੇ, ਹੁਣ ਮੈਂ ਇੱਕ ਬੰਦਾ ਹੈਗਾ ਜਿਹਦਾ ਪਿਸ਼ਾਬ ਵਿੱਚ ਨਿਕਲ ਗਿਆ ਤਾਂ ਉਹਨੂੰ ਅਵੇਅਰਨੈਸ ਦੀ ਕੀ ਲੋੜ ਆ, ਉਹਨੂੰ ਤਾਂ ਪਤਾ ਲੱਗ ਰਿਹਾ। ਹਾਂਜੀ, ਉਹ ਜਿੰਨਾ ਡਾਟਾ ਹੈ ਉਹ ਇਹ ਦੱਸ ਰਿਹਾ ਹੈ ਕਿ ਉਹ ਲੋਕ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਉਹ ਝਿਜਕਦੇ ਹੈ ਗੱਲ ਕਰਨ ਤੋਂ ਬਾਰੇ, ਇਸ ਬਾਰੇ ਜਿੰਨਾ ਵੀ ਰੂਰਲ ਏਰੀਆਜ਼ ਤੋਂ ਜਿਹੜੇ ਸਾਡੇ ਪਿੰਡਾਂ ਵਗੈਰਾ 'ਚੋਂ ਡਾਟਾ ਇਕੱਠਾ ਕੀਤਾ ਗਿਆ, ਉਹ ਇਹੀ ਦੱਸਦੇ ਹੈ ਕਿ ਉਹ ਝਿਜਕਦੇ ਹੈ ਇਹਨਾਂ ਗੱਲਾਂ ਕਰਨ ਨੂੰ ਬਾਰੇ, ਉਹ ਇਹਨੂੰ ਸੀਰੀਅਸਲੀ ਨਹੀਂ ਰਹਿੰਦੇ। ਐਜੂਕੇਸ਼ਨ ਲੈਵਲ, ਜੇ ਅਸੀਂ ਦੋਨਾਂ ਚੀਜ਼ਾਂ ਨੂੰ ਦੇਖੀਏ, ਜਿੱਥੇ ਐਜੂਕੇਸ਼ਨ ਹਾਈ ਹੈ ਉੱਥੇ ਅਵੇਅਰਨੈਸ ਜ਼ਿਆਦਾ ਹੈ, ਉਹ ਲੋਕ ਫਿਰ ਵੀ ਗਾਇਨੋਕੋਲੋਜਿਸਟ ਨੂੰ ਜਾ ਕੇ ਕੰਸਲਟ ਕਰਨਗੇ ਜਾਂ ਜਿਹੜੇ ਵੀ ਰਿਲੇਟਡ ਡਾਕਟਰ ਉਹਨਾਂ ਨੂੰ ਕੰਸਲਟ ਕਰਨਗੇ। ਬਟ ਜਿੱਥੇ ਸਾਡੇ ਪਿੰਡ ਵਗੈਰਾ, ਜਿੱਥੇ ਐਜੂਕੇਸ਼ਨ ਜ਼ਿਆਦਾ ਨਹੀਂ ਹੈ, ਉਹ ਉੱਥੇ ਜਾ ਕੇ ਉਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਹੈ। ਔਰ ਇਨਫੈਕਟ ਅਗਰ ਮੈਂ ਤੁਹਾਨੂੰ ਇਹ ਦੱਸਾਂ, ਸਾਨੂੰ ਸਾਰਿਆਂ ਨੂੰ ਵੀ, ਕਈ ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਵੀ, ਜਿਹੜੇ ਦੂਸਰੇ ਹੈਗੇ ਆ ਉਹਨਾਂ ਨੂੰ ਵੀ ਇੰਨਾ ਅੰਦਾਜ਼ਾ ਨਹੀਂ ਹੈ ਕਿ ਫਿਜ਼ੀਓਥੈਰੇਪੀ ਦਾ ਇਹਦੇ ਵਿੱਚ ਕਿੰਨਾ ਵਧੀਆ ਰੋਲ ਹੈਗਾ। ਫਿਜ਼ੀਓਥੈਰੇਪੀ ਤੇ ਆਉਂਦੇ ਆਪਾਂ, ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਇਹ ਦੱਸਿਆ ਵੀ ਉਹ ਗਾਇਨਾਕੋਲੋਜਿਸਟ ਕੋਲ ਜਾਂਦੀਆਂ ਨੇ, ਜਿਹੜੀਆਂ ਪੜ੍ਹੀਆਂ ਲਿਖੀ ਲੇਡੀਜ਼ ਹੁੰਦੀਆਂ ਨੇ, ਵੀ ਉਹਨਾਂ ਨੂੰ ਜਾ ਕੇ ਕੰਸਲਟ ਕਰਦੀਆਂ, ਬਟ ਤੁਸੀਂ ਕਹਿ ਰਹੇ ਹੋ ਕਿ ਇਹ ਖੋਜ ਜਿਹੜੀ ਆ ਹੁਣ ਹੋ ਰਹੀ ਹੈ ਵੀ ਇਹ ਪਿਸ਼ਾਬ ਵਿੱਚ ਨਿਕਲ ਗਿਆ ਤੇ ਉਹਦੇ ਕਰਕੇ ਆਹ ਸਮੱਸਿਆਵਾਂ ਆਉਂਦੀਆਂ ਨੇ। ਕੀ ਗਾਇਨਾਕੋਲੋਜਿਸਟ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਕਿ ਇਹ ਸਮੱਸਿਆ ਆਈ ਤੇ ਉਹਦੇ ਕਰਕੇ ਆਹ ਸਮੱਸਿਆ ਆ ਰਹੀ ਹੈ, ਜਾਂ ਗਾਇਨਾਕੋਲੋਜਿਸਟ ਨੂੰ ਵੀ ਹਲੇ ਇਹ ਚੀਜ਼ਾਂ ਦਾ ਪਤਾ ਨਹੀਂ ਹੈ ਤੇ ਤਾਂ ਹੀ ਸਮੱਸਿਆਵਾਂ ਵੱਧ ਰਹੀਆਂ? ਨਹੀਂ, ਉਹਨਾਂ ਨੂੰ ਤਾਂ ਬਿਲਕੁਲ ਪਤਾ ਹੈਗਾ ਇਹਨਾਂ ਸਾਰਾ ਚੀਜ਼ਾਂ ਦਾ, ਬਟ ਕੀ ਟਰੀਟਮੈਂਟ ਹੋਰ ਆਪਸ਼ਨਸ ਹੈਗੇ ਆ, ਮੇ ਬੀ ਉਨੀ ਅਵੇਅਰਨੈਸ ਨਹੀਂ ਹੋਏਗੀ। ਜਿਵੇਂ ਕਿ ਫਿਜ਼ੀਓਥੈਰੇਪੀ ਇਜ਼ ਵਨ ਆਫ ਦੈਮ, ਠੀਕ ਹੈ, ਕਿ ਐਕਸਰਸਾਈਜ਼ਸ ਇਹਦੇ ਵਿੱਚ ਬਹੁਤ ਅੱਛੇ ਰਿਜ਼ਲਟਸ ਲੈ ਕੇ ਆ ਸਕਦੇ ਆ। ਮੇ ਬੀ ਉਹ ਕਿੰਨਾ ਉਹਨਾਂ ਨੂੰ ਅੰਦਾਜ਼ਾ ਹੈ, ਕਿੰਨਾ ਨਹੀਂ, ਉਸ ਦੇ ਬਾਰੇ ਮੈਨੂੰ ਨਹੀਂ ਪਤਾ, ਬਟ ਡੈਫੀਨੇਟਲੀ ਉਹਨਾਂ ਨੂੰ ਇਹ ਸਾਰੇ ਰੀਜ਼ਨ ਜ਼ਰੂਰ ਪਤਾ ਹੈਗੇ ਹੈ ਕਿ ਵੀ ਕਿਹੜੀ ਪ੍ਰੋਬਲਮਸ, ਇਹ ਜਿਹੜੀ ਯੂਰਿਨ ਲੀਕੇਜ ਉਹ ਕਿਨ ਕਾਰਨਾਂ ਕਰਕੇ ਆ ਰਿਹਾ ਹੈ। ਬਟ ਅਗਰ ਅਸੀਂ ਆਪਣੇ ਉਹਦੇ ਵਿੱਚ ਦੇਖੀਏ, ਕਿਉਂਕਿ ਅਸੀਂ ਐਸੇ ਪੇਸ਼ੈਂਟਸ ਟਰੀਟ ਕੀਤੇ ਹੈਗੇ ਆ ਬਹੁਤ ਸਾਰੇ, ਸਿਰਫ ਯੂਰਿਨ ਲੀਕੇਜ ਹੀ ਨਹੀਂ ਹੈ ਕਿ ਕਈ ਲੋਕਾਂ ਦੀ ਯੂਟਰਸ ਬਾਹਰ ਆ ਜਾਂਦੀ ਹੈ, ਹਾਂਜੀ, ਕਈ ਲੋਕਾਂ ਦੀ ਟੋਇਲਟ ਨਿਕਲ ਜਾਂਦੀ ਹੈ, ਬਹੁਤ ਸਾਰੀਆਂ ਐਸੀ ਚੀਜ਼ਾਂ ਹੈਗੀਆਂ। ਉਹਨਾਂ ਵਿੱਚ ਜੇ ਅਸੀਂ ਇਹਨਾਂ ਮਸਲਸ ਦੀ ਪ੍ਰੋਪਰਲੀ ਐਕਸਰਸਾਈਜ਼ਸ ਕਰੀਏ ਤੇ ਅਸੀਂ ਐਸੇ ਪੇਸ਼ੈਂਟਸ ਟਰੀਟ ਕੀਤੇ ਹੈ ਜਿਨ੍ਹਾਂ ਨੂੰ ਸਰਜਰੀ ਦੀ ਲੋੜ ਸੀਗੀ, ਜਿਨ੍ਹਾਂ ਦੀ ਯੂਟਰਸ ਬਾਹਰ ਆਉਂਦੀ ਸੀ, ਬਟ ਐਕਸਰਸਾਈਜ਼ ਕਰਨ ਦੇ ਨਾਲ ਉਹਨਾਂ ਦੀ ਸਰਜਰੀ ਅਵੋਇਡ ਹੋ ਗਈ। ਬਹੁਤ ਵੱਡੀ ਗੱਲ ਹੈ, ਕਿਉਂਕਿ ਇਸ ਸਮੱਸਿਆ ਤੋਂ ਮੈਨੂੰ ਲੱਗਦਾ ਕਿ ਜਿੰਨੀਆਂ ਵੀ ਜਿਹੜੀਆਂ ਏਜਡ ਲੇਡੀਜ਼ ਨੇ ਉਹ ਕਾਫੀ ਪੀੜਿਤ ਨੇ, ਜਿਨ੍ਹਾਂ ਨੂੰ ਬੋਝ ਪੈ ਰਿਹਾ, ਜਿਨ੍ਹਾਂ ਦੀ ਯੂਟਰਸ ਜਿਹੜੀ ਆ ਬਾਹਰ ਆ ਰਹੀ ਆ, ਜਾਂ ਫਿਰ ਉਹਨਾਂ ਨੂੰ ਇੱਦਾਂ ਦੀਆਂ ਸਮੱਸਿਆਵਾਂ ਬਹੁਤ ਆ ਰਹੀਆਂ ਨੇ, ਤੇ ਉਹਨਾਂ ਨੂੰ ਜਿਹੜੇ ਗਾਇਨਾਕੋਲੋਜਿਸਟ ਇਹੀ ਸੁਜੈਸਟ ਕਰਦੇ ਨੇ ਕਿ ਤੁਹਾਨੂੰ ਹਿਸੈਕਟਮੀ ਕਰਾਉਣੀ ਪਏਗੀ, ਤੁਹਾਨੂੰ ਦੂਸਰਾ ਜਿਹੜਾ ਇਹਦੇ ਬੱਚੇਦਾਨੀ ਦਾ ਆਪਰੇਸ਼ਨ ਕਰਾ ਕੇ ਕਢਾਉਣਾ ਪਏਗਾ। ਤੇ ਹੁਣ ਆਈਏ ਕਿ ਫਿਜ਼ੀਓਥੈਰੇਪੀ ਦੀ ਤੁਸੀਂ ਗੱਲ ਕੀਤੀ ਹੈਗੀ ਕਿ ਫਿਜ਼ੀਓਥੈਰੇਪੀ ਦੇ ਵਿੱਚ ਅਸੀਂ ਐਕਸਰਸਾਈਜ਼ਸ ਦੱਸਦੇ ਹੈਗੇ ਆ। ਪਹਿਲਾਂ ਤਾਂ ਸਾਨੂੰ ਆਮ ਪਬਲਿਕ ਤੱਕ ਹਾਲੇ ਇਹੀ ਅਵੇਅਰਨੈਸ ਨਹੀਂ ਪਹੁੰਚੀ ਹੋਈ ਵੀ ਫਿਜ਼ੀਓਥੈਰੇਪੀ ਕੀ ਚੀਜ਼ ਹੁੰਦੀ ਹੈ। ਜੇ ਕਿਸੇ ਨੂੰ ਕੋਈ ਦੱਸਦੇ ਨੇ ਤਾਂ ਉਹ ਵੀ ਇਹ ਗੱਲ ਕਰਦੇ ਨੇ ਵੀ ਫਿਜ਼ੀਓ ਇੱਕ ਐਕਸਰਸਾਈਜ਼ਾਂ ਕਰਾਉਂਦੇ ਨੇ ਜੀ, ਤੇ ਉਹ ਇਹ ਕਹਿੰਦੇ ਨੇ ਵੀ ਐਕਸਰਸਾਈਜ਼ ਨਾਲ ਕੋਈ ਵੀ ਕਰ ਸਕਦਾ। ਇਸ ਨੂੰ ਲੈ ਕੇ ਇੱਕ ਆਮ ਲੇਡੀਜ਼ ਨੂੰ ਜਦੋਂ ਸਮਝਾਉਂਦੇ ਹੋ ਜਿੱਦਾਂ ਤੇ ਕੋਈ ਸਮੱਸਿਆਵਾਂ ਦਰਪੇਸ਼ ਆਉਂਦੀਆਂ ਹੋਣ ਜਾਂ ਐਕਸਰਸਾਈਜ਼ਾਂ, ਫਿਰ ਮੈਂ ਤੁਹਾਡੇ ਤੋਂ ਆਵਾਂਗਾ ਵੀ ਐਕਸਰਸਾਈਜ਼ਾਂ ਕਿਹੜੀਆਂ ਹੋਣੀਆਂ? ਹਾਂਜੀ, ਜਿਹੜੀ ਕਾਮਨ ਲੇਡੀਜ਼ ਹੈ, ਦੇਖੋ ਉਹ ਲੋਕ ਇੰਨਾ ਸੀਰੀਅਸਲੀ ਇਹਨੂੰ ਸਮਝਦੇ ਵੀ ਨਹੀਂ ਹੈ, ਬਟ ਜੇ ਅਸੀਂ ਉਹਨਾਂ ਨੂੰ ਤਰੀਕੇ ਨਾਲ ਦੱਸੀਏ ਤੇ ਉਹਦੇ ਕੀ ਨੁਕਸਾਨ ਹੈ ਤੇ ਕੀ ਫਾਇਦੇ ਹੈਗੇ, ਅਸੀਂ ਉਹਨਾਂ ਨੂੰ ਤਰੀਕੇ ਨਾਲ ਸਮਝਾਈਏ, ਫਿਰ ਉਹ ਸਮਝਦੇ ਵੀ ਹੈ ਤੇ ਕਰਦੇ ਵੀ ਹੈਗੇ ਹੈ। ਔਰ ਮੇਰਾ ਇਹਦੇ ਮੈਡਮ ਔਰ ਮੈਂ ਜਿਹੜਾ ਇਹ ਕਰ ਰਿਹਾ, ਸਾਨੂੰ ਇਸ ਚੀਜ਼ ਦਾ ਇਹ ਬਹੁਤ ਜ਼ਿਆਦਾ ਹੈਗਾ ਕਿ ਅਸੀਂ ਜਿੰਨੀ ਅਵੇਅਰਨੈਸ ਅੱਗੇ ਆਉਣ ਵਾਲੇ ਟਾਈਮ ਵਿੱਚ ਵੂਮਨ ਵਿੱਚ ਸਪਰੈਡ ਕਰ ਸਕੀਏ, ਤਾਂ ਕਿ ਇਹ ਸਾਡੇ ਇੱਕ ਸਿਸਟਮ ਦੇ ਵਿੱਚ ਫਿੱਟ ਹੋ ਜਾਏ ਕਿ ਜਦੋਂ ਤੁਸੀਂ ਪ੍ਰੈਗਨੈਂਟ ਹੋ ਤੇ ਇਹ ਜਿਸ ਤਰ੍ਹਾਂ ਦਵਾਈ ਖਾਣਾ ਜ਼ਰੂਰੀ ਹੈ, ਉਸ ਤਰ੍ਹਾਂ ਐਕਸਰਸਾਈਜ਼ ਕਰਨਾ ਵੀ ਜ਼ਰੂਰੀ ਹੈ, ਤੇ ਪ੍ਰੈਗਨੈਂਸੀ ਤੋਂ ਬਾਅਦ ਇੰਨੀ ਦੇਰ ਇਹ ਐਕਸਰਸਾਈਜ਼ਸ ਕਰਨਾ ਬਹੁਤ ਜ਼ਰੂਰੀ ਹੈ। ਤੇ ਜਿੰਨਾ ਅਸੀਂ ਇਸ ਤਰ੍ਹਾਂ ਆਸਤੇ ਅਵੇਅਰਨੈਸ ਸਪਰੈਡ ਕਰਾਂਗੇ ਆਉਣ ਵਾਲੇ ਟਾਈਮ ਵਿੱਚ, ਫਿਰ ਅਸੀਂ ਉਹਨੂੰ, ਇਹਨਾਂ ਪ੍ਰੋਬਲਮਸ ਨੂੰ ਉਨਾ ਹੀ ਘੱਟ ਕਰ ਦਾਂਗੇ, ਕਿਉਂਕਿ ਬਹੁਤ ਸਾਰੀ ਲੇਡੀਜ਼ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਤੇ ਅਗਰ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਇੱਕ ਉਹਨਾਂ ਦਾ ਸਿਸਟਮ ਵਿੱਚ ਉਹਨਾਂ ਦੀ ਉਹ ਪਾ ਦਾਂਗੇ ਕਿ ਤੁਸੀਂ ਇੰਨਾ ਕਰਨਾ ਹੀ ਕਰਨਾ ਹੈ, ਇਹ ਇਸ ਤਰ੍ਹਾਂ ਹੈਗਾ, ਤੇ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ ਵਿੱਚ ਇਹ ਪ੍ਰੋਬਲਮ ਇੰਨੀ ਜ਼ਿਆਦਾ ਨਹੀਂ ਰਹੇਗੀ। ਡਾਕਟਰ ਸਾਹਿਬ, ਹੁਣ ਮੈਨੂੰ ਜਿਹੜਾ ਇਹ ਤੁਸੀਂ ਐਕਸਰਸਾਈਜ਼ ਦੱਸੀ ਹੈ ਤਾਂ ਇਹ ਤਾਂ ਫਿਰ ਡੈਮੋ ਕਰਕੇ ਦੱਸਣ ਵਾਲੀ ਗੱਲ ਹੁੰਦੀ ਵੀ ਐਕਸਰਸਾਈਜ਼ ਕਿਸ ਤਰ੍ਹਾਂ ਹੋਏਗੀ, ਬਟ ਇਹਦੇ ਵਿੱਚ ਨਾਲ ਹੁਣ ਆਪਾਂ ਇਹ ਵੀ ਕਰੀਏ ਵੀ ਜੇਕਰ ਕੋਈ ਲੇਡੀਜ਼ ਐਕਸਰਸਾਈਜ਼ਾਂ ਸਟਾਰਟ ਕਰ ਲੈਂਦੀਆਂ ਨੇ ਤਾਂ ਉਹਨਾਂ ਨੂੰ ਕਿੰਨੀ ਦੇਰ ਦੇ ਵਿੱਚ ਇਹਦੀ ਰਿਕਵਰੀ ਹੋਣ ਦੇ ਜਿਹੜੀ ਉਹ ਸੰਭਾਵਨਾ ਹੁੰਦੀ ਹੈ ਵੀ ਇੰਨੇ ਦੇਰ ਉਹ ਐਕਸਰਸਾਈਜ਼ ਕਰਨ ਤਾਂ ਉਹਨਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ, ਤੇ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਲੱਗੀਆਂ ਹੋਣਗੀਆਂ ਕਿ ਉਹ ਰਿਵਰਸ ਹੋਣ ਦੇ ਚਾਂਸਿਸ ਹੋ ਜਾਂਦੇ ਨੇ?
ਦੇਖੋ ਮਿਨੀਮਮ ਪੀਰੀਅਡ ਇਜ਼ 1 ਮੰਥ, ਜਿਸ ਤੋਂ ਬਾਅਦ ਸਾਨੂੰ ਥੋੜਾ ਰਿਜ਼ਲਟਸ ਦਾ ਪਤਾ ਚੱਲਣਾ ਸ਼ੁਰੂ ਹੁੰਦਾ ਹੈ। ਹਾਂਜੀ, ਜਿਹੜੇ ਮੈਂ ਆਪਣੀ ਕਲੀਨਿਕਲ ਪ੍ਰੈਕਟਿਸ ਵਿੱਚ ਦੇਖੇ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਯੂਟਰਸ ਬਾਹਰ ਆਉਂਦੀ ਹੈ ਜਾਂ ਪਿਸ਼ਾਬ ਆਉਂਦਾ ਹੈ, 1 ਮੰਥ ਦੇ ਬਾਅਦ ਮੈਨੂੰ ਥੋੜ੍ਹੇ ਰਿਜ਼ਲਟਸ ਮਿਲਣੇ ਸ਼ੁਰੂ ਹੋ ਗਏ ਸੀ। ਇਨਫੈਕਟ ਮੈਂ ਇਹਦੇ ਨਾਲ ਕੁਝ ਹੋਰ ਇਲੈਕਟ੍ਰੀਕਲ ਮੋਡੈਲਿਟੀਜ਼ ਵੀ ਯੂਜ਼ ਕੀਤੀਆਂ ਸੀ ਉਸ ਟਾਈਮ 'ਤੇ, ਜਿਹਨੂੰ ਕਿ ਅਸੀਂ ਟੈਂਸ ਕਹਿੰਦੇ ਹਾਂ, ਅਤੇ ਅਸੀਂ ਉਹ ਵੀ ਯੂਜ਼ ਕੀਤਾ ਸੀਗਾ। ਅਤੇ ਮੈਨੂੰ ਇਹ ਕੰਬੀਨੇਸ਼ਨ ਟਰੀਟਮੈਂਟ ਦੇ ਨਾਲ 1 ਮੰਥ ਦੇ ਬਾਅਦ ਅੱਛੇ ਰਿਜ਼ਲਟਸ ਮਿਲੇ ਸੀਗੇ। ਰਿਜ਼ਲਟ ਤਾਂ ਅੱਛੇ ਮਿਲੇ ਸੀਗੇ, ਬਟ ਟੋਟਲੀ ਜਿਹੜਾ ਉਹ ਰਿਵਰਸ ਹੋਣ ਦੇ ਵਿੱਚ ਕਿੰਨਾ ਟਾਈਮ ਲੱਗਦਾ? ਇਹ ਆਫਟਰ 1 ਮੰਥ ਉਹ ਪੋਜ਼ੀਟਿਵ ਫੀਡਬੈਕ ਦੇਣਾ ਸ਼ੁਰੂ ਕਰ ਦਿੰਦਾ ਹੈ ਤੁਹਾਨੂੰ ਪੇਸ਼ੈਂਟ। ਕੰਪਲੀਟ ਰਿਕਵਰੀ ਵਿੱਚ ਹੋਰ ਥੋੜ੍ਹਾ ਟਾਈਮ ਲੱਗ ਜਾਏਗਾ, 6 ਮਹੀਨੇ 5 ਮਹੀਨੇ 3 ਮਹੀਨੇ 4 ਮਹੀਨੇ 2-3 ਮੰਥਸ। ਬਟ ਹਾਂਜੀ, ਉਹਨਾਂ ਨੂੰ ਰੈਗੂਲਰ ਕਰਨੀ ਹੈ ਇਹ ਐਕਸਰਸਾਈਜ਼ਸ। ਛੋੜਨਗੇ ਜਦੋਂ ਛੋੜਦੇ ਹੈ, ਕਈ ਲੇਡੀਜ਼ ਉਸ ਤਰ੍ਹਾਂ ਵੀ ਵਾਪਸ ਆਈਆਂ ਕਿ ਉਹਨਾਂ ਨੇ ਛੋੜ ਦਿੱਤਾ ਅਤੇ ਜਿਸ ਤਰ੍ਹਾਂ ਹੀ ਉਹਨਾਂ ਨੂੰ ਲੱਗਿਆ ਕਿ ਅਸੀਂ ਠੀਕ ਹੋ ਗਏ, ਤਾਂ ਫਿਰ ਉਹ ਹੌਲੀ ਹੌਲੀ ਫਿਰ ਦੁਬਾਰਾ ਪ੍ਰੋਬਲਮ ਆਉਂਦੀ ਹੈ। ਬਟ ਜੇ ਤੁਸੀਂ ਰਿਲੀਜੀਅਸਲੀ ਉਹਨੂੰ ਕਰੋਗੇ ਅਤੇ ਅਸੀਂ ਫਿਰ ਅੱਗੇ ਹੋਰ ਵੀ ਥੋੜ੍ਹੀ ਇਹਦੀ ਸਟਰੈਂਥਨਿੰਗ ਪ੍ਰੋਟੋਕੋਲਸ ਦੱਸਦੇ ਹੈਗੇ ਆ, ਅਤੇ ਉਹਦੇ ਨਾਲ ਤੁਹਾਨੂੰ ਆਫਟਰ 3-4 ਮੰਥਸ ਮਤਲਬ ਕਾਫੀ ਅੱਛੇ ਰਿਜ਼ਲਟਸ ਮਿਲ ਸਕਦੇ ਹੈ। ਮੰਨ ਲਓ ਇੱਕ ਲੇਡੀ ਇਸ ਸਮੱਸਿਆ ਦੇ ਨਾਲ ਤੁਹਾਡੇ ਕੋਲ ਆਈ, ਹਾਂਜੀ, ਉਹ ਆ ਕੇ ਤੁਹਾਡੇ ਨਾਲ ਮਿਲੀ ਵੀ ਇੱਦਾਂ ਕਰਕੇ ਮੈਨੂੰ ਆਹ ਪ੍ਰੋਬਲਮ ਹੈਗੀ ਹੈ, ਅਤੇ ਤੁਸੀਂ ਹੁਣ ਉਸ ਨੂੰ ਉਹਨੂੰ ਕੀ ਚੀਜ਼ਾਂ ਉਹਨੂੰ ਫੋਲੋ ਕਰਨ ਨੂੰ ਕਹੋਗੇ? ਯਾਨੀ ਕਿ ਇੱਕ ਨੰਬਰ 1 ਵੇਟ ਘਟਾ ਲੈ, ਨੰਬਰ 2 ਆਪਣੀ ਡਾਈਟ ਨੂੰ ਆਹ ਕੰਟਰੋਲ ਕਰਨਾ, ਨੰਬਰ 3 ਤੂੰ ਆਹ ਕੰਮ ਕਰ ਰਹੀ ਆਹ ਨਹੀਂ ਕਰਨਾ, ਕੀ? ਦੇਖੋ, ਸਭ ਤੋਂ ਪਹਿਲਾਂ ਹਰ ਲੇਡੀ ਦਾ ਆਪਣਾ ਹੈ, ਉਹਦਾ ਰੀਜ਼ਨ ਕੀ ਹੈ, ਅਸੀਂ ਪਹਿਲਾਂ ਉਹ ਫਾਈਂਡ ਆਊਟ ਕਰਾਂਗੇ ਕਿ ਕਿਉਂ ਇਹ ਪ੍ਰੋਬਲਮ ਆ ਰਹੀ ਹੈ। ਕੀ ਵੇਟ ਹੈ? ਅਗਰ ਵੇਟ ਹੈ ਤਾਂ ਉਹਨੂੰ ਵੇਟ ਰਿਡਕਸ਼ਨ ਵੈਰੀ ਇੰਪੋਰਟੈਂਟ ਹੈ, ਠੀਕ ਹੈ। ਅਗਰ ਉਹਦੇ ਸਾਨੂੰ ਐਗਜ਼ਾਮੀਨੇਸ਼ਨ ਦੇ ਥਰੂ ਪਤਾ ਚੱਲਿਆ ਕਿ ਮਸਲਸ ਵੀਕ ਹੈ, ਤਾਂ ਅਸੀਂ ਉਹਨੂੰ ਐਕਸਰਸਾਈਜ਼ਸ ਦੱਸਦੇ ਹਾਂ। ਅਸੀਂ ਉਹਨੂੰ ਦੱਸਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਆਪਣਾ ਪਿਸ਼ਾਬ ਰੋਕਦੇ ਹੋ, ਠੀਕ ਹੈ, ਉਸ ਤਰ੍ਹਾਂ ਤੁਸੀਂ ਆਪਣੇ ਉਸ ਪਾਰਟ ਨੂੰ ਤੁਸੀਂ ਥੋੜ੍ਹਾ ਟਾਈਟ ਕਰਨਾ ਹੈਗਾ, ਅਤੇ ਕੁਝ ਸੈਕਿੰਡਸ ਲਈ, ਜਿਵੇਂ ਕਾਊਂਟ ਆਫ 10 ਲਈ 10 ਗਿਣਨ ਤੱਕ ਤੁਸੀਂ ਉਹਨੂੰ ਟਾਈਟ ਕੀਤਾ, ਫਿਰ ਹੌਲੀ ਹੌਲੀ ਤੁਸੀਂ ਉਹਨੂੰ ਛੋੜ ਦਿੱਤਾ। ਇਸ ਤਰ੍ਹਾਂ ਇੱਕ ਵਾਰੀ ਵਿੱਚ 8 ਤੋਂ 10 ਵਾਰੀ ਕਰਨਾ, ਔਰ ਦਿਨ ਵਿੱਚ 3 ਤੋਂ 4 ਵਾਰੀ। ਫਿਰ ਅੱਗੇ ਕੁਝ ਹੋਰ ਹੁੰਦੇ ਆ, ਜਿਵੇਂ ਵਜਾਈਨਲ ਕੋਨਸ ਵਗੈਰਾ ਹੁੰਦੇ ਆ, ਉਹਦੇ ਨਾਲ ਅਸੀਂ ਥੋੜ੍ਹੀ ਐਕਸਰਸਾਈਜ਼ਸ ਦੱਸਦੇ ਹਾਂ। ਉਹ ਹੌਲੀ ਹੌਲੀ ਪ੍ਰੋਗਰੈਸ਼ਨਸ ਹੈਗੇ ਹੈ, ਅਤੇ ਇਨੀਸ਼ੀਅਲੀ ਅਸੀਂ ਉਹਨਾਂ ਨੂੰ ਇਹ ਦੱਸਦੇ ਹਾਂ, ਅਤੇ ਨਾਲ ਅਸੀਂ ਮਸ਼ੀਨ ਯੂਜ਼ ਕਰਦੇ ਹਾਂ ਪੇਸ਼ੈਂਟ ਵਿੱਚ। ਤੁਸੀਂ ਇੱਥੇ ਆਏ ਹੋ ਯੂਨੀਵਰਸਿਟੀ ਦੇ ਵਿੱਚ, ਅਤੇ ਰਿਸਰਚ ਸਕਾਲਰ ਦੇ ਤੌਰ 'ਤੇ ਇੱਥੇ ਆਏ ਹੋ। ਆਪਣਾ ਤੁਸੀਂ ਇੱਥੇ ਜਿਹੜਾ ਪੇਪਰ ਇੱਥੇ ਪੜ੍ਹਿਆ ਹੈਗਾ, ਕੀ ਲੱਗਿਆ ਕਿ ਤੁਹਾਨੂੰ ਇੱਥੇ ਆ ਕੇ ਆਪਣਾ ਪੇਪਰ ਪੜ੍ਹ ਰਹੇ ਹੋ, ਅਤੇ ਤੁਹਾਨੂੰ ਤੁਸੀਂ ਜਿੱਦਾਂ ਆਲ ਓਵਰ ਇੰਡੀਆ ਤੋਂ ਇੱਥੇ ਰਿਸਰਚ ਸਕਾਲਰ ਆ ਰਹੇ ਨੇ, ਤੁਹਾਡੇ ਹੀ ਫੀਲਡ ਦੇ ਕੁਝ ਰਿਸਰਚ ਸਕਾਲਰ ਕੁਝ ਹੋਰ ਵੀ ਮਿਲੇ ਹੋਣੇ, ਕੀ ਤੁਹਾਨੂੰ ਲੱਗਿਆ ਵੀ ਮੇਰੀ ਰਿਸਰਚ ਉਹਦੇ ਨਾਲ ਬੈਟਰ ਹੈ, ਜਾਂ ਮੇਰੀ ਰਿਸਰਚ ਉਹਦੇ ਨਾਲੋਂ ਕਿਤੇ ਨਾ ਕਿਤੇ ਕਮੀ ਹੈ, ਵੀ ਮੈਨੂੰ ਇਹਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜੇ ਮੈਨੂੰ ਉਹ ਮਿਲ ਕੇ ਕੰਮ ਕਰਦਾ ਤਾਂ ਕੁਝ ਬੈਨੀਫਿਟ ਹੋ ਸਕਦਾ? ਕੁਝ ਇਸ ਤਰ੍ਹਾਂ ਦਾ ਵਿਚਾਰ ਆਇਆ? ਮਿਲ ਕੇ ਕੰਮ ਕਰਨ ਦਾ ਤਾਂ ਨਹੀਂ, ਬਟ ਡੈਫੀਨੇਟਲੀ ਤੁਹਾਨੂੰ ਹਮੇਸ਼ਾ ਦੂਸਰੇ ਦਾ ਉਹ ਚੀਜ਼ ਤਾਂ ਹਰ ਪੇਪਰ ਤੋਂ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਦਾ ਹੈ, ਔਰ ਤੁਹਾਨੂੰ ਆਪਣੀ ਕਮੀਆਂ ਪਤਾ ਹੁੰਦੀਆਂ ਕਿ ਤੁਸੀਂ ਕਿੱਥੇ ਉਹ ਸੀ, ਅਤੇ ਇਹ ਇੱਕ ਬਹੁਤ ਅੱਛਾ ਜ਼ਰੀਆ ਹੈਗਾ ਜਿਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਕਿ ਹਾਂ ਅਸੀਂ ਇਹ ਵੀ ਟੈਕਨੋਲੋਜੀ ਯੂਜ਼ ਕਰ ਸਕਦੇ ਸੀ, ਜਾਂ ਅਸੀਂ ਇਹਨੂੰ ਇਸ ਤਰ੍ਹਾਂ ਵੀ ਪ੍ਰੈਜ਼ੈਂਟ ਕਰ ਸਕਦੇ ਸੀ। ਅਤੇ ਮੈਨੂੰ ਲੱਗਦਾ ਹੈ ਹਰ ਚੀਜ਼ ਇਜ਼ ਤੁਹਾਡੇ ਲਈ ਇੱਕ ਲਰਨਿੰਗ ਪ੍ਰੋਸੈਸ ਤਾਂ ਹਮੇਸ਼ਾ ਹੀ ਹੈ, ਅਤੇ ਇੱਥੇ ਆ ਕੇ ਵੀ ਮੈਂ ਬਹੁਤ ਸਾਰੀ ਚੀਜ਼ਾਂ ਅੱਜ ਲਰਨ ਕੀਤੀਆਂ ਕਿ ਇਹ ਚੀਜ਼ਾਂ ਵੀ ਮੇਰੇ ਉਹਦੇ ਵਿੱਚ ਐਡ ਹੋ ਸਕਦੀਆਂ ਸੀ, ਅਤੇ ਮੈਨੂੰ ਹੋਰ ਬੈਟਰ ਕਰ ਸਕਦੀ ਸੀਗੀ। ਤੁਹਾਡੀ ਇਸ ਰਿਸਰਚ ਨੂੰ, ਤੁਹਾਡੀ ਇਸ ਖੋਜ ਨੂੰ ਕਿੰਨਾ ਕੁ ਸਮਾਂ ਹੋਰ ਲੱਗੇਗਾ ਜਦੋਂ ਬਿਲਕੁਲ ਐਨ ਪੱਕ ਕੇ ਸਾਹਮਣੇ ਆ ਜਾਏਗੀ, ਮਿੱਠਾ ਫਲ ਜਿਹੜਾ ਲੋਕ ਆਮ ਪਬਲਿਕ ਤੱਕ ਜਿਹੜਾ ਮਿਲ ਜਾਏਗਾ? ਜਿਹੜੀ ਅਸੀਂ ਰੀਅਲ ਟੌਪਿਕ 'ਤੇ ਜਿਹੜੀ ਅਸੀਂ ਰਿਸਰਚ ਕਰ ਰਹੇ ਹਾਂ, ਮੈਂ ਡਾਕਟਰ ਸੁਪ੍ਰੀਤ ਨਾਲ ਮਿਲ ਕੇ ਕਰ ਰਹੀ ਹਾਂ, ਉਹਨੂੰ ਅਜੇ 2 ਇਅਰਸ ਤਾਂ ਹੋਰ ਲੱਗਣਗੇ। 2 ਸਾਲ ਹੋਰ ਲੱਗਣਗੇ? ਯਾਨੀ ਕਿ ਸਾਡੇ ਦਰਸ਼ਕ ਜਿਹੜੇ 2 ਸਾਲ ਜਿਹੜੇ ਆ ਇਸ ਚੀਜ਼ ਦਾ ਇੰਤਜ਼ਾਰ ਕਰਨਗੇ ਵੀ ਇਹਦੇ 'ਚੋਂ ਪੂਰਾ ਹੋਰ ਰਿਜ਼ਲਟ ਨਿਕਲ ਕੇ ਆਵੇ ਤਾਂ ਉਹਨਾਂ ਨੂੰ ਬੈਨੀਫਿਟ ਹੋਵੇ? ਨਹੀਂ, ਉਹ ਤਾਂ ਚੱਲਦਾ ਰਹੇਗਾ, ਬਟ ਮੈਂ ਅੱਜ ਤੁਹਾਨੂੰ ਇਹੀ ਚੀਜ਼ ਕਹਾਂਗੀ ਕਿ ਐਕਸਰਸਾਈਜ਼ਸ ਜੇ ਉਹਨਾਂ ਦਾ ਯੂਰਿਨ ਲੀਕ ਕਰਦਾ ਹੈ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਪ੍ਰੋਬਲਮ ਹੈ, ਅਤੇ ਆਪਣੇ ਨੀਅਰੈਸਟ ਗਾਇਨੋਕੋਲੋਜਿਸਟ ਅਤੇ ਫਿਜ਼ੀਓਥੈਰੇਪਿਸਟ ਨੂੰ ਜ਼ਰੂਰ ਮਿਲਣ। ਉਹਨਾਂ ਦੋਨਾਂ ਕੋਲ ਤੁਹਾਡੀ ਪ੍ਰੋਬਲਮ ਦਾ ਹੱਲ ਹੈਗਾ, ਔਰ ਇਹ ਬਹੁਤ ਆਰਾਮ ਨਾਲ ਪ੍ਰੋਬਲਮ ਟੈਕਲ ਹੋ ਸਕਦੀ ਹੈ, ਨਹੀਂ ਤਾਂ ਅੱਗੇ ਜਾ ਕੇ ਉਹ ਵੱਡੀ ਪ੍ਰੋਬਲਮ ਬਣ ਸਕਦੀ ਹੈ, ਅਤੇ ਸਾਡੇ ਕੋਲ ਐਕਸਰਸਾਈਜ਼ਸ ਦਾ ਤਾਂ ਫਿਲਹਾਲ ਉਹਦਾ ਹੱਲ ਹੈਗਾ ਹੈ। ਅੱਛਾ, ਹੁਣ ਬਹੁਤ ਸਾਰੀਆਂ ਲੇਡੀਜ਼ ਐਸੀਆਂ ਵੀ ਆਉਂਦੀਆਂ ਹੋਣਗੀਆਂ ਕਿ ਜਿਨ੍ਹਾਂ ਨੂੰ ਤੁਸੀਂ ਕੁਝ ਦੱਸਣਾ ਤਾਂ ਚਾਹੁੰਦੇ ਹੋਵੋਗੇ, ਪਰ ਉਹ ਤੁਸੀਂ ਉਹਨੂੰ ਸਮਝਾ ਨਹੀਂ ਪਾਉਂਦੇ ਹੋਵੋਗੇ, ਜਾਂ ਫਿਰ ਉਹ ਸੁਣਨ ਨੂੰ ਤਿਆਰ ਨਹੀਂ ਹੁੰਦੀਆਂ ਹੋਣਗੀਆਂ। ਤੁਹਾਡੇ ਕੋਲ ਮੌਕਾ ਹੈ, ਹਜ਼ਾਰਾਂ ਲੋਕ ਤੁਹਾਨੂੰ ਸੁਣ ਰਹੇ ਨੇ, ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਵੀ ਤੁਹਾਡੀ ਸਮੱਸਿਆ ਜੋ ਵੀ ਤੁਸੀਂ ਉਹਨਾਂ ਨੂੰ ਮੈਸੇਜ ਦੇਣਾ ਦੇ ਸਕਦੇ ਹੋ। ਹਾਂਜੀ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਵੀ ਤੁਹਾਡੀ ਗਾਇਨੋਕੋਲੋਜੀਕਲ ਪ੍ਰੋਬਲਮ ਹੈਗੀ ਹੈ, ਕਈ ਵਾਰੀ ਅਸੀਂ ਪਿੱਠ ਦਰਦ ਸੋਚ ਕੇ ਹੱਡੀਆਂ ਵਾਲਿਆਂ ਕੋਲ ਵੀ ਚਲੇ ਜਾਂਦੇ ਹਾਂ, ਬਟ ਵਾਕਈ ਉਹ ਇਸੀ ਕਰਕੇ ਹੈ, ਜਾਂ ਤੁਹਾਡਾ ਕੋਈ ਅੰਦਰ ਪਾਣੀ ਤਾਂ ਨਹੀਂ ਰਿਸਦਾ, ਜਾਂ ਕੋਈ ਤੁਹਾਡਾ ਡਿਸਚਾਰਜ ਤਾਂ ਨਹੀਂ ਨਿਕਲਦਾ, ਜਾਂ ਪਿਸ਼ਾਬ ਤਾਂ ਨਹੀਂ ਨਿਕਲਦਾ। ਪਲੀਜ਼ ਉਹਨੂੰ ਤੁਸੀਂ ਸੀਰੀਅਸਲੀ ਲਓ, ਤੁਸੀਂ ਉਹਨੂੰ ਇਸ ਤਰ੍ਹਾਂ ਨਾ ਸੋਚੋ ਕਿ ਇਹ ਨਾਰਮਲ ਰੂਟੀਨ ਹੈ, ਕਿਉਂਕਿ ਉਹੀ ਕਈ ਕਾਰਨ ਬਣ ਸਕਦਾ ਹੈ ਅੱਗੇ ਤੁਹਾਡੀ
ਪਰੇਸ਼ਾਨੀਆਂ ਦਾ, ਤੇ ਇਹਦਾ ਹੱਲ ਗਾਇਨੋਕੋਲੋਜਿਸਟ ਕੋਲ, ਫਿਜ਼ੀਓਥੈਰੇਪਿਸਟ ਕੋਲ, ਸਭ ਦੇ ਕੋਲ ਹੈ। ਪਲੀਜ਼ ਤੁਸੀਂ ਉਹਨਾਂ ਨੂੰ ਜਾ ਕੇ ਜ਼ਰੂਰ ਮਿਲੋ, ਔਰ ਇਸ ਦੇ ਬਾਰੇ ਜਿੰਨਾ ਜਾਗਰੂਕ ਹੋ ਉਨਾ ਹੀ ਅੱਛਾ ਹੈ। ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸੋ ਮਾਨਵਤਾ ਦੇ ਭਲੇ ਲਈ ਜੇਕਰ ਕੰਮ ਕਰੇ ਤਾਂ ਉਸ ਨੂੰ ਸਲਾਮ ਕਰਨਾ ਬਣਦਾ। ਬਹੁਤ ਵਧੀਆ ਕੰਮ ਹੋ ਰਿਹਾ, ਬਹੁਤ। ਜੇਕਰ ਕਿਸੇ ਰੋਂਦੇ ਨੂੰ ਕੋਈ ਹਸਾ ਦਿੰਦਾ ਤਾਂ ਉਸ ਤੋਂ ਵੱਡਾ ਪੁੰਨ ਕੋਈ ਨਹੀਂ ਹੁੰਦਾ। ਬਹੁਤ ਸਾਰੀਆਂ ਲੇਡੀਜ਼ ਜਿਹੜੀਆਂ ਨੇ ਘਰ ਬੈਠੀਆਂ ਇਸ ਸਮੱਸਿਆ ਤੋਂ ਪੀੜਿਤ ਨੇ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ, ਨੰਬਰ ਦੱਸਿਆ 26.1। 26.1 ਬਹੁਤ ਵੱਡਾ ਨੰਬਰ ਹੈ। ਜੇ ਆਪਾਂ 150 ਕਰੋੜ ਦੀ ਆਬਾਦੀ ਦੀ ਗੱਲ ਕਰੀਏ ਤਾਂ 26 ਕਰੋੜ ਇੱਕ ਹੋ ਗਿਆ, ਅਤੇ 13.05 ਜਿਹੜਾ ਉਹ ਹੋਰ ਜੋੜ ਲਿਆ ਜਾਵੇ ਤਾਂ ਇਹ ਲਗਭਗ ਜਿਹੜਾ ਉਹ 38 ਕੁਛ ਬਣ ਜਾਂਦਾ। ਅਤੇ 38 ਕੁਛ ਕਰੋੜ ਲੋਕ ਜਿਹੜੇ ਨੇ ਉਹ ਇਸ ਤੋਂ ਪੀੜਿਤ ਹੋਣ ਤਾਂ ਫਿਰ ਤੁਸੀਂ ਸੋਚ ਸਕਦੇ ਹੋ ਕਿ ਇਹ ਕਿੱਡੀ ਵੱਡੀ ਸਮੱਸਿਆ ਹੋਏਗੀ। ਅਤੇ ਇਹਦੇ ਬਾਵਜੂਦ ਵੀ ਜੇਕਰ ਇਹਦਾ ਹੱਲ ਨਾ ਲੱਭ ਰਿਹਾ ਹੋਵੇ, ਅਤੇ ਜਦੋਂ ਇਸ ਤਰ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆ ਕੇ ਪਬਲਿਕ ਨੂੰ ਕੋਈ ਹੱਲ ਦੇਣ ਤਾਂ ਫਿਰ ਘੱਟੋ ਘੱਟ ਉਹਨਾਂ ਦੇ ਮਨ 'ਚੋਂ ਅਸੀਸ ਜ਼ਰੂਰ ਨਿਕਲਦੀ ਹੈ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਤਰ੍ਹਾਂ ਸਾਡੇ ਲਈ ਕੁਛ ਸਮੱਸਿਆ ਦਾ ਹੱਲ ਲੈ ਕੇ ਆਏ ਹੋ। ਕਿਉਂਕਿ ਅੱਜ ਦੁਨੀਆ ਬਹੁਤ ਤੰਗ ਹੈ, ਜਾ ਰਹੀ ਹੈ ਫਿਜ਼ੀਓਥੈਰੇਪੀ, ਜਾ ਰਹੀ ਹੈ ਆਪਣੇ ਡਾਕਟਰਸ ਦੇ ਕੋਲ, ਖਾ ਰਹੀਆਂ ਮਹਿੰਗੀਆਂ ਦਵਾਈਆਂ, ਸਰੀਰ ਨੂੰ ਖਰਾਬ ਕਰ ਰਹੀਆਂ ਨੇ। ਸਾਈਡ ਇਫੈਕਟ ਜਿਹੜੇ ਨੇ ਉਹ ਤੰਗ ਕਰ ਰਹੇ ਨੇ। ਇੱਕ ਬਿਮਾਰੀ ਦੀ ਦਵਾਈ ਖਾਂਦੇ ਨੇ ਤਾਂ 10 ਬਿਮਾਰੀਆਂ ਹੋਰ ਲੱਗ ਜਾਂਦੀਆਂ ਨੇ, ਅਤੇ ਹੱਲ ਕਿਤੇ ਨਜ਼ਰ ਨਹੀਂ ਆਉਂਦਾ। ਲੇਕਿਨ ਜਦੋਂ ਇੱਦਾਂ ਦੀਆਂ ਖੋਜਾਂ ਸਾਹਮਣੇ ਆਉਂਦੀਆਂ ਨੇ ਅਤੇ ਦਿਮਾਗ ਦੀ ਘੰਟੀ ਵੱਜਦੀ ਹੈ, ਬੱਤੀ ਜਗ ਜਾਂਦੀ ਹੈ ਕਿ ਅਸਲ ਵਜ੍ਹਾ ਇਹ ਸੀ। ਅਸਲ ਵਜ੍ਹਾ ਇਹੀ ਸੀ ਜਿਹੜੀ ਡਾਕਟਰ ਇਹਨਾਂ ਨੇ ਸਾਨੂੰ ਆਪਾਂ ਅੱਜ ਦੱਸੀ ਹੈ। ਅਤੇ ਇਹਦੇ ਪਿੱਛੇ ਦੇ ਕਾਰਨ ਤੁਸੀਂ ਵੀ ਲੱਭੋ। ਹੋ ਸਕਦਾ ਕਿ ਤੁਹਾਡੇ ਵਿੱਚੋਂ, ਦਰਸ਼ਕਾਂ ਦੇ ਵਿੱਚੋਂ ਵੀ ਕਿਸੇ ਨੂੰ ਇਹ ਸਮੱਸਿਆ ਹੋਵੇ, ਅਤੇ ਜੇ ਸਮੱਸਿਆ ਹੈਗੀ ਹੈ ਤਾਂ ਇਸ ਦਾ ਇਲਾਜ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਸ ਤਰ੍ਹਾਂ ਇਲਾਜ ਅਸੀਂ ਕਰ ਸਕਦੇ ਹਾਂ। ਇਹਦੇ ਨਾਲ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਆ ਕੇ ਵੀ ਇਹਨਾਂ ਨੂੰ ਮਿਲ ਸਕਦੇ ਹੋ। ਡਾਕਟਰ ਸੁਪ੍ਰੀਤ ਬਿੰਦਰਾ ਨੂੰ ਮਿਲ ਸਕਦੇ ਹੋ ਜਿਹੜੇ ਇਹਨਾਂ ਦੇ ਗਾਈਡ ਨੇ, ਅਤੇ ਅੱਗੇ ਆਪਣੀਆਂ ਸਮੱਸਿਆਵਾਂ ਦਾ ਜਿਹੜੀਆਂ ਹੱਲ ਬੜੀ ਆਸਾਨੀ ਨਾਲ ਤੁਸੀਂ ਕੱਢ ਸਕਦੇ ਹੋ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੈ ਤਾਂ ਇਸ ਨੂੰ ਮਾਨਵਤਾ ਦੇ ਭਲੇ ਲਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਲੋੜ ਹੈ ਅਜਿਹੀਆਂ ਵੀਡੀਓ ਘਰ ਘਰ ਪਹੁੰਚਾਉਣ ਦੀ, ਤਾਂ ਕਿ ਇਸ ਅਜਿਹੀਆਂ ਵੀਡੀਓ ਦੇ ਨਾਲ ਜਾਣਕਾਰੀਆਂ ਮੁਹੱਈਆ ਕਰਾਈਆਂ ਜਾਣ ਅਤੇ ਅਵੇਅਰਨੈਸ ਫੈਲਣ ਤੋਂ ਬਾਅਦ ਜਿਹੜੀ ਆ ਉਹ ਇਲਾਜ ਆਪਣਾ ਆਪ ਕਰਕੇ ਅਤੇ ਉਹ ਨਾ ਸਿਰਫ ਆਪਣੀ ਲੁੱਟ ਤੋਂ ਬਚ ਸਕਣ, ਬਲਕਿ ਆਪਣਾ ਜੋ ਉਹਨਾਂ ਦਾ ਜਿਹੜਾ ਸਰੀਰ ਦਾ ਨੁਕਸਾਨ ਹੋ ਰਿਹਾ ਉਸ ਨੂੰ ਵੀ ਜਿਹੜਾ ਉਹ ਭਰਪਾਈ ਕਰ ਸਕਣ। ਅਤੇ ਜੇ ਅਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।